वाहिगुरु जी का खालसा वाहिगुरु जी की फतेह। संगत जी आप जी जुड़ चुके हो शाम की इस गुरबाणी संत्या की क्लास दे विच, जिस विच असी जपजी साहिब की संथ्या 17 पौड़ियां तक कर ली सी। अज असी 18वीं पौड़ी तो आरंभता करनी आ, तो जल्दी संगत जुड़ जावे। आपां इस पौड़ी की जो संथ्या और व्याख्या जिहड़ी है वो आपां आरंभ करते हैं। सतनाम वाहिगुरु 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 सतनाम वाहिगुरु। वाहिगुरु जी का खालसा वाहिगुरु जी की फतेह। साध संगत जी कल असी पंच प्रवान वाली पौड़ी अति असंख वाली पहली पौड़ी असंख जप असंख भाव, उस पौड़ी नूं आपां कंप्लीट कर लिया सी। हुण असी इस तो अगे असंख मूर्ख अंधघोर ये जिहड़ी पौड़ी है इहदी आरंभता कर लगे आ। कल आपां ये गल कीती सी कि असंख दा भाव आ जिहड़ी जिन्हां दी गिनती ना हो सके। गिनती दे विच असी 100 हज़ार फिर लख करोड़ इस तरह मिलियन बिलियन जिहड़ा हिसाब लाउने आ, पर इत्थे सतगुरां ने शब्द असंख वरत दिता। यह परमात्मा तेरी कुदरत दे विच असंखी ऐसे लोग हन
जिन्हां दी गिनती नहीं हो सकती। हुण ये सतगुरु दूसरी पौड़ी जो असंख दी पौड़ी है, 18वीं पौड़ी, असंख मूर्ख अंध घोर। सतगुरां ने कल बख्शिश कीता सी कि जपण वाले भी बेअंत आ, ते हुण सतगुरु इस पौड़ी च बख्शिश करदे आ कि मूर्ख ते महामूर्ख भी बेअंत हन। इस संसार दे उत्ते अणगिनती हन, उन्हां दी भी कोई गिनती नहीं। बेअंती इस संसार दे उत्ते मूर्ख हन, अगियानी हन, ते बहुत ही माड़े जीवन वाले मनुख भी असंख्य ही हन इस धरती दे उत्ते, इस कुदरत दे विच। असंख चोर हराम खोर, अनगिनती ਉਹ ਮਨੁੱਖ ਹਨ ਜਿਹੜੇ ਇਸ ਸੰਸਾਰ ਤੇ ਚੋਰੀਆਂ ਕਰਦੇ ਆ, ਪਰਾਇਆ ਧਨ ਚੁਰਾਉਂਦੇ ਆ, ਤੇ ਹਰਾਮ ਦਾ ਖਾਣ ਵਾਲੇ ਮਨੁੱਖ ਵੀ ਅਸੰਖੀ ਹਨ, ਜਿਹੜੇ ਦੂਸਰਿਆਂ ਦਾ ਧਨ ਪਦਾਰਥ ਖਾਂਦੇ ਆ, ਉਹ ਵੀ ਇਸ ਸੰਸਾਰ ਤੇ ਅਗਣਤ ਹੀ ਹਨ। ਬੇਅੰਤ ਐਸੇ ਲੋਕ ਹਨ ਜਿਹੜੇ ਚੋਰੀਆਂ ਕਮਾਉਂਦੇ ਆ, ਤੇ ਬੇਅੰਤ ਹੀ ਐਸੇ ਹਨ ਜਿਹੜੇ ਹਰਾਮ ਖੋਰ ਹਨ, ਭਾਵ ਹਰਾਮ ਦਾ ਅੰਨ ਪਾਣੀ, ਦੂਸਰਿਆਂ ਦਾ ਪਰਾਇਆ ਧਨ ਖਾਣ ਵਾਲੇ ਇਸ ਸੰਸਾਰ ਤੇ ਇਸ ਕੁਦਰਤ ਦੇ ਵਿੱਚ ਹਨ। असंख अमर कर जाहे जोर, अनगिनती ऐसे ਹਨ ਜੋ ਜ਼ੁਲਮ ਕਰਦੇ ਹਨ, ਜੋ ਹੁਕਮ ਭਾਵ ਅਨੇਕਾਂ ਹੀ ਐਸੇ ਮਨੁੱਖ ਹਨ ਜੋ ਦੂਜਿਆਂ ਉੱਤੇ ਹੁਕਮ ਤੇ ਵਧੀਕੀਆਂ ਕਰਦੇ ਆ। ਅਸੰਖੀ ਆ, ਧੱਕੇ ਦੇ ਨਾਲ ਜ਼ੋਰ ਜ਼ੁਲਮ ਕਰਦੇ ਆ, ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਦੂਸਰਿਆਂ ਦੇ ਉੱਤੇ ਆਪਣਾ ਹੁਕਮ ਚਲਾਉਣ ਵਾਲੇ ਵੀ ਬੇਅੰਤ ਹਨ, ਤੇ ਬੇਅੰਤ ਹੀ ਉਹ ਹਨ ਜਿਹੜੇ ਧੱਕਾ ਕਰਦੇ ਹਨ ਦੂਸਰਿਆਂ ਦੇ ਨਾਲ ਇਸ ਸੰਸਾਰ ਦੇ ਉੱਤੇ। ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖੀ ਉਹ ਮਨੁੱਖ ਹਨ ਜਿਹੜੇ ਦੂਸਰਿਆਂ ਦੇ ਗਲੇ ਵੱਢਣ ਵਾਲੇ ਹਨ, ਕਾਤਲ ਹਨ, ਖੂਨੀ ਹਨ, ਅਸੰਖੀ ਮਨੁੱਖ ਹਨ ਐਸੇ। ਹੱਤਿਆ ਕਮਾਹੇ, ਦੂਜਿਆਂ ਦੇ ਗਲੇ ਵੱਢਦੇ ਹਨ, ਹੱਤਿਆ ਕਰਦੇ ਹਨ, ਐਸੇ ਮਨੁੱਖ ਵੀ ਇਸ ਸੰਸਾਰ ਤੇ ਬੇਅੰਤ ਹਨ, ਅਣਗਿਣਤ ਹਨ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਹੀ ਐਸੇ ਅਣਗਿਣਤ ਹੀ ਐਸੇ ਮਨੁੱਖ ਹਨ ਜਿਹੜੇ ਗੁਨਾਹਗਾਰ ਹਨ, ਜਿਹੜੇ ਗੁਨਾਹ ਕਰਦੇ ਹਨ, ਜਿਹੜੇ ਗੁਨਾਹ ਦੀ ਕਮਾਈ ਖਾਂਦੇ ਹਨ। ਅਸੰਖ ਪਾਪੀ ਪਾਪ ਕਰ ਜਾਹੇ, ਜਿਹੜੇ ਅਸੰਖੀ ਹਨ ਜਿਹੜੇ ਪਾਪ ਕਰਦੇ ਹਨ ਇਸ ਸੰਸਾਰ ਦੇ ਉੱਤੇ, ਤੇ ਪਾਪ ਕਰਕੇ ਤੇ ਸੰਸਾਰ ਤੋਂ ਜਾ ਰਹੇ ਹਨ, ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਆ। ਐਸੇ ਵੀ ਮਨੁੱਖ ਇਸ ਸੰਸਾਰ ਦੇ ਉੱਤੇ ਬੇਅੰਤ ਹਨ, ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਅਸੰਖ ਕੂੜੇਆਰ ਕੂੜੇ ਫਿਰਾਹੇ, ਅਸੰਖ ਹੀ ਐਸੇ ਹਨ, ਅਣਗਿਣਤ ਐਸੇ ਲੋਕ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਝੂਠ ਹੀ ਹੁੰਦਾ ਹੈ, ਜਿਹੜੇ ਝੂਠ ਹੀ ਬੋਲਦੇ ਰਹਿੰਦੇ ਹਰ ਵੇਲੇ। ਅਸੰਖ ਕੂੜੇਆਰ ਕੂੜੇ ਫਿਰਾਹੇ, ਝੂਠੇ ਹਨ ਐਸੇ ਲੋਕ ਇਸ ਸੰਸਾਰ ਦੇ ਉੱਤੇ, ਤੇ ਉਹ ਸਦਾ ਹੀ ਝੂਠ ਹੀ ਬੋਲਦੇ ਫਿਰਦੇ ਹਨ, ਰੁੱਝੇ ਹੋਏ ਹਨ ਆਪਣੇ ਝੂਠ ਬੋਲਣ ਦੇ ਵਿੱਚ, ਝੂਠ ਦੇ ਨਾਲ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ। ਉਹ ਵੀ ਅਣਗਿਣਤ ਹੈ, ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਅਸੰਖ ਮਲੇਸ਼ ਮਲ ਭਖ ਖਾਹੇ, ਅਣਗਿਣਤੀ ਐਸੇ ਮਲੀਨ ਬੁੱਧੀ ਵਾਲੇ ਮਨੁੱਖ ਹਨ, ਖੋਟੀ ਬੁੱਧੀ ਵਾਲੇ, ਮਲੇਸ਼ ਮਲ ਭਖ ਖਾਹੇ, ਜਿਹੜੇ ਮਨੁੱਖ ਮਲੀਨ ਬੁੱਧੀ ਵਾਲੇ ਹਨ। ਮਲ ਭਖ ਭਾਵ ਗੰਦਗੀ ਖਾ ਕੇ, ਆਹਾਰ ਵਜੋਂ ਗੰਦਗੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਆ, ਅਣਗਿਣਤ ਹਨ ਉਹ ਵੀ ਲੋਕ। ਅਸੰਖ ਮਲੇਸ਼ ਮਲ ਭਖ ਖਾਹੇ, ਮਲੇਸ਼ ਤੋਂ ਭਾਵ ਮਲੀਨ ਮੱਤ ਵਾਲੇ, ਮਲੀਨ ਬੁੱਧੀ ਵਾਲੇ, ਖੋਟੀ ਬੁੱਧੀ ਵਾਲੇ ਮਨੁੱਖ ਜਿਹੜੇ ਇਸ ਸੰਸਾਰ ਦੇ ਉੱਤੇ ਬੇਅੰਤ ਹੀ ਮਲ ਵਾਲੀਆਂ ਭਾਵ ਗੰਦੀਆਂ ਵਸਤੂਆਂ ਖਾ ਕੇ ਆਪਣਾ ਜੀਵਨ ਬਤੀਤ ਕਰਦੇ। ਅਸੰਖ ਮਲੇਸ਼ ਮਲ ਭਖ ਖਾਹੇ, ਐਸੇ ਵੀ ਮਨੁੱਖ ਇਸ ਸੰਸਾਰ ਤੇ ਹਨ, ਐਸੇ ਵੀ ਜੀਵ ਇਸ ਸੰਸਾਰ ਤੇ ਹਨ ਜਿਹੜੇ ਮਾੜੀਆਂ ਵਸਤੂਆਂ ਖਾ ਕੇ ਜੀਵਨ ਬਤੀਤ ਕਰਦੇ। ਅਸੰਖ ਨਿੰਦਕ ਸਿਰ ਕਰਹਿ ਭਾਰ, ਅਸੰਖ ਬੇਅੰਤੀ ਐਸੇ ਲੋਕ ਹਨ, ਅਣਗਿਣਤੀ ਐਸੇ ਲੋਕ ਹਨ ਜਿਹੜੇ ਨਿੰਦਾ ਹੀ ਕਰਦੇ ਰਹਿੰਦੇ ਹਰ ਵੇਲੇ, ਆਪਣੇ ਸਿਰ ਤੇ ਨਿੰਦਿਆ ਦਾ ਭਾਰ ਚੁੱਕਿਆ ਹੋਇਆ ਜਿਨ੍ਹਾਂ ਨੇ, ਜਿਹੜੇ ਨਿੰਦਿਆ ਕਰਕੇ
ਦੂਸਰਿਆਂ ਦੀ ਕਿਸੇ ਕੋਲੋਂ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਆ, ਕਿਸੇ ਕੋਲ ਬੈਠ ਕੇ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਆ, ਉਹ ਵੀ ਬੇਅੰਤ ਹਨ। ਉਹਨਾਂ ਦੀ ਵੀ ਗਿਣਤੀ ਨਹੀਂ ਪੈ ਸਕਦੀ, ਉਹਨਾਂ ਦਾ ਵੀ ਕੋਈ ਥਾਂ ਨਹੀਂ ਪਾਇਆ ਜਾ ਸਕਦਾ, ਜਿਹੜੇ ਨਿੰਦਿਆ ਕਰਨ ਵਾਲੇ ਹਨ ਇਸ ਸੰਸਾਰ ਤੇ, ਜਿਨ੍ਹਾਂ ਦਾ ਪ੍ਰਯੋਜਨ ਹੀ ਨਿੰਦਿਆ ਕਰਨਾ, ਪਰਾਇਆਂ ਦੇ ਜਿਹੜੇ ਨਿੰਦਿਆ ਦੇ ਭਾਰ ਆਪਣੇ ਸਿਰ ਤੇ ਚੁੱਕਣੇ, ਐਸੇ ਲੋਕ ਇਸ ਸੰਸਾਰ ਤੇ ਹਨ। ਨਾਨਕ ਨੀਚ ਕਹੈ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਵੀ ਨੀਚ ਹਾਂ। ਇੱਥੇ ਗੁਰੂ ਸਾਹਿਬ ਨੇ ਆਪਣੀ ਨਿਮਰਤਾ ਜਿਹੜੀ ਉਹ ਦ੍ਰਿੜ ਕਰਵਾਈ ਆ ਕਿ ਨਾਨਕ ਨੀਚ ਕਹੇ ਵਿਚਾਰ। ਮੈਂ ਨੀਚ ਕੀ ਵਿਚਾਰ ਕਰ ਸਕਦਾ ਤੇਰੀ ਕੁਦਰਤ ਦਾ, ਮੈਂ ਵੀ ਤੇ ਇਹਨਾਂ ਨੀਚਾਂ ਵਰਗਾ ਹੀ ਆ। ਅਸਲ 'ਚ ਸਾਡਾ ਕੀ ਹੁੰਦਾ ਹੈ ਕਿ ਜੇ ਅਸੰਖ ਜਪਣ ਵਾਲੇ ਹਨ ਉਹ ਅਸੀਂ ਆ, ਤੇ ਅਸੰਖ ਮੂਰਖ ਹਨ ਤੇ ਉਹ ਕੋਈ ਹੋਰ ਹੈ। ਪਰ ਗੁਰੂ ਨਾਨਕ ਸਾਹਿਬ ਨੇ ਦੇਖੋ ਕਿੰਨੀ ਨਿਮਰਤਾ ਵਿਖਾਈ, ਇੱਥੇ ਆਪਣਾ ਨਾਮ ਵਰਤ ਕੇ ਸਤਿਗੁਰਾਂ ਨੇ ਕਿਹਾ ਨਾਨਕ ਨੀਚ ਕਹੇ ਵਿਚਾਰ। ਨਾਨਕ ਦੇ ਹੇਠਾਂ ਔਂਕੜ ਹੈ, ਨੀਚ ਦੇ ਵੀ ਔਂਕੜ ਹੈ, ਇਹ ਜਿਹੜਾ ਨਾਲ ਜੁੜ ਜਾਂਦਾ ਹੈ ਨਾਨਕ ਨੀਚ, ਕਿ ਮੈਂ ਨੀਚ ਹਾਂ। ਨਾਨਕ ਨੀਚ ਕਹੇ ਵਿਚਾਰ। ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਵਿਚਾਰ ਕੀ ਕਰ ਸਕਦਾ ਕਿ ਕਿੰਨੇ ਮਨੁੱਖ ਇਸ ਸੰਸਾਰ ਦੇ ਉੱਤੇ ਐਸੇ ਕਰਮ ਕਰਦੇ ਹਨ, ਮੈਂ ਤੇ ਆਪ ਉਹਨਾਂ ਦੀ ਗਿਣਤੀ ਵਿੱਚ ਆਉਂਦਾ। ਇਸ ਕਰਕੇ ਸਤਿਗੁਰਾਂ ਨੇ ਇੱਥੇ ਨਿਮਰਤਾ ਦੇ ਨਾਲ ਇਹ ਸ਼ਬਦ ਵਰਤੇ ਆ। ਆਪਣੀ ਨਿਮਰਤਾ ਸਤਿਗੁਰਾਂ ਨੇ ਸਾਹਮਣੇ ਲਿਆਂਦੀ ਹੈ। ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਕ ਵਾਰੀ ਨਹੀਂ ਵਾਰਨੇ ਜਾਣਾ, ਮੈਂ ਆਪ ਜੀ ਤੋਂ ਕੁਰਬਾਨ ਹੋ ਜਾਣਾ ਤੇਰੀ ਕੁਦਰਤ ਤੋਂ ਪ੍ਰਮਾਤਮਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਭਾਉਂਦਾ ਹੈ ਉਹੀ ਕਾਰਜ ਸੰਸਾਰ ਦਾ ਭਲਾ ਕਾਰਜ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਪ੍ਰਮਾਤਮਾ ਜੀ, ਹੇ ਅਕਾਲ ਪੁਰਖ ਜੀ, ਹੇ ਵਾਹਿਗੁਰੂ ਜੀ, ਆਪ ਜੀ ਸਦਾ ਹੀ ਸਲਾਮਤ ਹੋ। ਆਪ ਜੀ ਇਸ ਸੰਸਾਰ ਤੇ ਟਿਕੇ ਰਹਿਣ ਵਾਲੇ ਹੋ। ਬਾਕੀ ਸੰਸਾਰ ਜਿਹੜਾ ਖਤਮ ਹੋਣ ਵਾਲਾ ਹੈ, ਪਰ ਆਪ ਜੀ ਹਮੇਸ਼ਾ ਹੀ ਟਿਕੇ ਰਹਿਣ ਵਾਲੇ ਹੋ। ਆਪ ਜੀ ਦੀ ਕੁਦਰਤ ਦਾ ਕੋਈ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ। ਅੱਗੇ ਆ ਜਾਓ ਜੀ, ਅੱਗੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਅਸੰਖ ਨਾਵ ਅਸੰਖ ਥਾਵ। ਅਸੰਖਾਂ ਹੀ ਜਿਹੜੇ ਹਨ ਇਸ ਸੰਸਾਰ ਦੇ ਉੱਤੇ, ਅਸੰਖਾਂ ਹੀ ਨਾਵ ਹਨ, ਬੇਅੰਤੀ ਨਾਵ ਹਨ ਲੋਕਾਂ ਦੇ, ਸੰਸਾਰ ਦੇ ਜੀਵਾਂ ਦੇ, ਤੇ ਅਸੰਖ ਥਾਵ, ਤੇ ਅਸੰਖਾਂ ਹੀ ਜਿਹੜੇ ਆ ਸੰਸਾਰ ਦੇ ਉੱਤੇ ਥਾਂ ਹਨ। ਬੇਅੰਤ ਹੀ ਨਾਵ ਹਨ, ਬੇਅੰਤ ਹੀ ਥਾਂ ਹਨ। ਕਿਸੇ ਦਾ ਕੋਈ ਨਾਮ ਹੈ, ਕੋਈ ਕਿਸੇ ਜੀਵ ਦਾ ਕੋਈ ਨਾਮ ਹੈ, ਕਿਸੇ ਵਸਤੂ ਦਾ ਕੋਈ ਨਾਮ ਹੈ। ਕਿੰਨੇ ਨਾਮ ਹਨ ਸੰਸਾਰ ਦੇ ਉੱਤੇ। ਅਸੰਖ ਹੀ ਨਾਵ ਤੇ ਅਸੰਖ ਹੀ ਥਾਂ, ਅਲੱਗ ਅਲੱਗ ਜਗ੍ਹਾਵਾਂ ਹਨ, ਵੱਖ ਵੱਖ ਤਰ੍ਹਾਂ ਦੀਆਂ ਸੰਸਾਰ ਦੇ ਉੱਤੇ। ਕੋਈ ਕਿਸੇ ਜਗ੍ਹਾ ਦੇ ਨਾਮ ਦੇ ਨਾਲ ਹੈ, ਕੋਈ ਕਿਸੇ ਜਗ੍ਹਾ ਦਾ ਕੋਈ ਨਾਮ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਇੱਥੇ ਸ਼ਬਦ ਵਰਤੇ ਆ ਕਿ ਤੇਰੀ ਕੁਦਰਤ ਦੇ ਵਿੱਚ ਬੇਅੰਤ ਜੀਵ ਤੇ ਪਦਾਰਥ ਹਨ, ਉਹਨਾਂ ਦੇ ਨਾਮ ਵੀ ਬੇਅੰਤ ਹਨ, ਤੇ ਬੇਅੰਤ ਹੀ ਅਸਥਾਨ ਹਨ ਜਿਨ੍ਹਾਂ ਦੇ ਨਾਮ ਵੀ ਬੇਅੰਤ ਹੀ ਹਨ। ਅਗੰਮ ਅਗੰਮ ਅਸੰਖ ਲੋ। ਬੇਗਿਣਤ ਹਨ ਵਾਹਿਗੁਰੂ ਜੀ ਆਪ ਜੀ ਦੇ ਮੰਡਲ। ਅਗੰਮ ਅਗੰਮ ਅਸੰਖ ਲੋ। ਲੋ ਤੋਂ ਭਾਵ ਭਵਨ, ਲੋ ਤੋਂ ਭਾਵ ਕਿ ਜਿਵੇਂ ਸੰਸਾਰ ਦੇ ਵੱਖ ਵੱਖ ਜਗ੍ਹਾਵਾਂ ਜਿਹੜੀਆਂ ਦੂਰ ਦੂਰ ਦੇ ਲੋਹ ਹਨ, ਭਵਨ ਹਨ, ਭਾਵ ਸੰਸਾਰ ਦੀ ਜਿੰਨੀ ਸ੍ਰਿਸ਼ਟੀ ਦੇ ਉੱਤੇ ਜੋ ਅਸੀਂ ਦੇਖ ਰਹੇ ਹਾਂ, ਜੋ ਚਾਰ ਦਿਸ਼ਾਵਾਂ ਹਨ, ਚਾਰ ਦਿਸ਼ਾਵਾਂ ਵਾਲੇ ਪਾਸੇ ਬੇਅੰਤ ਹੀ ਲੋਕ ਜਿਹੜੇ ਵਸਣ ਵਾਲੇ ਆ, ਉਹ ਭਵਨ ਹਨ। ਚਾਰ ਦਿਸ਼ਾਵਾਂ, ਚਾਰ ਭਵਨ। ਇਸ ਤਰ੍ਹਾਂ ਬੇਅੰਤ ਹੀ ਅਗੰਮ ਅਗੰਮ ਅਸੰਖ ਲੋ। ਜਿਸ ਤਾਈਂ ਕਿਸੇ ਦੀ ਪਹੁੰਚ ਨਾ ਹੋ ਸਕੇ ਉਹਨੂੰ ਸਾਧ ਸੰਗਤ ਅਗੰਮ ਕਿਹਾ ਜਾਂਦਾ ਹੈ, ਜਿੱਥੋਂ ਤੱਕ ਪਹੁੰਚ ਨਾ ਹੋ ਸਕੇ। ਅਗੰਮ ਅਗੰਮ ਅਸੰਖ ਲੋ। ਹੇ ਪ੍ਰਮਾਤਮਾ, ਪਤਾ ਨਹੀਂ ਕਿੰਨੇ ਕੁ ਮੰਡਲ ਤੂੰ ਰਚ ਦਿੱਤੇ ਇਸ ਸੰਸਾਰ ਦੇ ਉੱਤੇ, ਪਤਾ ਨਹੀਂ ਕਿੰਨੇ ਕੁ ਭਵਨ ਬਣਾ ਦਿੱਤੇ, ਕਿੰਨੇ ਕੁ ਸੰਸਾਰ ਤੇ ਤੂੰ ਲੋਕ ਪੈਦਾ ਕਰ ਦਿੱਤੇ ਕਿ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਅਗੰਮ ਅਗੰਮ ਅਸੰਖ ਲੋ। ਅਨੇਕਾਂ ਹੀ ਭਵਨ, ਅਨੇਕਾਂ ਹੀ ਸੰਸਾਰ ਦੇ ਉੱਤੇ ਜੋ ਹੈ ਆਪ ਜੀ ਨੇ ਭਵਨ ਬਣਾ ਦਿੱਤੇ। ਆਪ ਜੀ ਨੇ ਅਨੇਕਾਂ ਹੀ ਸੰਸਾਰ ਦੇ ਉੱਤੇ ਜਿਹੜੀ ਹੈ ਉਹ ਐਸੀਆਂ ਐਸੀਆਂ ਜਗ੍ਹਾਵਾਂ ਬਣਾ ਦਿੱਤੀਆਂ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਅਗੰਮ ਅਗੰਮ ਅਸੰਖ ਲੋ। ਅਸੰਖ ਕਹੇ ਸਿਰ ਭਾਰ ਹੋਏ। ਇਹ ਪ੍ਰਮਾਤਮਾ ਜੀ,
असंख कहण दे नाल भी सिर दे उत्ते भार हुंदा है, भाव बोझ चुकण दे बराबर है। हुण सतगुरां ने शब्द असंख वरत भी लिया ते हुण फिर कह दित्ता कि परमात्मा मैं असंख कही ते जाना, पर असंख कहण दे नाल भी ये गल ਜਿਹੜੀ ਹੈ ਇੰਜ ਲੱਗ ਰਿਹਾ ਜਿਵੇਂ ਮੈਂ ਸਿਰ ਦੇ ਉੱਤੇ ਭਾਰ ਚੁੱਕਿਆ ਹੋਵੇ। ਅਸੰਖ ਕਾਹੇ ਹੇ ਸਿਰ ਭਾਰ ਹੋਏ। ਅਸੰਖ ਕਹਿਣ ਦੇ ਨਾਲ ਵੀ ਸਿਰ ਤੇ ਭਾਰ ਚੜ੍ਹਦਾ ਹੈ। ਅਸਲ 'ਚ ਪਤਾ ਹੀ ਨਹੀਂ ਪ੍ਰਮਾਤਮਾ ਤੋਂ ਕਿੰਨਾ ਵਿਸ਼ਾਲ ਹੈ। ਇਹ ਸਤਿਗੁਰਾਂ ਨੇ ਇੱਥੇ ਗੱਲ ਕਹੀ ਹੈ। ਅਖਰੀ ਨਾਮ ਅਖਰੀ ਸਲਾਹ, ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆ ਜਾਂਦਾ ਤੇ ਸ਼ਬਦਾਂ ਰਾਹੀਂ ਤੇਰਾ ਜਸ ਕੀਤਾ ਜਾਂਦਾ ਹੈ। ਅਖਰੀ ਨਾਮ ਅਖਰੀ ਸਲਾਹ, ਕਿਉਂਕਿ ਅੱਖਰਾਂ ਦੇ ਨਾਲ ਹੀ ਪ੍ਰਮਾਤਮਾ ਨੂੰ, ਅੱਖਰ ਹਨ ਤੇ ਅਸੀਂ ਯਾਦ ਕਰ ਰਹੇ ਹਾਂ ਨਾ, ਅੱਖਰਾਂ ਦੇ ਨਾਲ ਹੀ ਤੇ ਯਾਦ ਕੀਤਾ ਜਾ ਸਕਦਾ, ਹੋਰ ਕੋਈ ਆਪਣੇ ਕੋਲ ਢੰਗ ਹੀ ਨਹੀਂ ਹੈਗਾ। ਭਾਵੇਂ ਕਿ ਪ੍ਰਮਾਤਮਾ ਦੀ ਬੋਲੀ ਪਿਆਰ ਹੈ, ਪਰ ਆਰੰਭ ਤੇ ਸਾਨੂੰ ਅੱਖਰਾਂ ਤੋਂ ਹੀ ਕਰਨਾ ਪੈ ਰਿਹਾ ਨਾ। ਅੱਖਰਾਂ ਦੇ ਨਾਲ ਹੀ ਉਹਨੂੰ ਅਸੀਂ ਯਾਦ ਕਰ ਰਹੇ ਹਾਂ। ਅਖਰੀ ਨਾਮ ਅਖਰੀ ਸਲਾਹ, ਅੱਖਰਾਂ ਦੇ ਨਾਲ ਹੀ ਪ੍ਰਮਾਤਮਾ ਤੇਰੇ ਨਾਮ ਦੀ, ਤੇਰੇ ਅੱਖਰਾਂ ਦੇ ਨਾਲ ਹੀ ਤੇਰੀ ਸਿਫਤ ਸਲਾਹ ਜਿਹੜੀ ਉਹ ਹੋ ਸਕਦੀ ਹੈ, ਸ਼ਬਦਾਂ ਦੇ ਰਾਹੀਂ। ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਨਾਲ ਹੀ, ਸ਼ਬਦਾਂ ਦੇ ਨਾਲ ਹੀ ਪ੍ਰਮਾਤਮਾ ਤੇਰਾ ਗਿਆਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਤੇਰੇ ਉਸਤਤੀ ਦੇ ਗੀਤ, ਤੇਰੇ ਗੁਣ, ਉਹ ਵੀ ਜਿਹੜੇ ਆ ਅੱਖਰਾਂ ਦੇ ਨਾਲ ਹੀ ਗਾਏ ਜਾ ਸਕਦੇ ਆ। ਅਖਰੀ ਗਿਆਨ ਗੀਤ ਗੁਣ ਗਾ, ਉਹਨਾਂ ਦੇ ਨਾਲ ਹੀ ਤੇਰੇ ਨਾਲ ਵਾਕਿਆਫਤਾ ਹੁੰਦੀ ਹੈ, ਸ਼ਬਦ ਦੇ ਵਿੱਚ ਜੁੜ ਕੇ ਹੀ। ਸ਼ਬਦ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਤੂੰ ਕਿੰਨਾ ਬੇਅੰਤ ਹੈ ਤੇ ਤੂੰ ਕਿੰਨਾ ਫੈਲਿਆ ਹੋਇਆ। ਉਹਦਾ ਗਿਆਨ ਵੀ ਸ਼ਬਦਾਂ ਦੇ ਨਾਲ ਹੀ ਆਉਂਦਾ ਹੈ, ਤੇ ਫਿਰ ਤੇਰੀ ਉਸਤਤ, ਤੇਰੀ ਵਡਿਆਈ ਜਿਹੜੀ ਹੈ ਉਹ ਵੀ ਸ਼ਬਦਾਂ ਦੇ ਨਾਲ ਹੀ ਗਾਈ ਜਾ ਸਕਦੀ ਆ। ਅਖਰੀ ਗਿਆਨ ਗੀਤ ਗੁਣ ਗਾ। ਅਖਰੀ ਲਿਖੜ ਬੋਲਣ ਬਾਣ, ਅਖਰੀ ਲਿਖਣ, ਅੱਖਰਾਂ ਅੰਦਰ ਹੀ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਆ। ਜਿਹੜੀ ਆਪਾਂ ਬਾਣੀ ਪੜ੍ਹ ਰਹੇ ਹਾਂ, ਇਹ ਵੀ ਤੇ ਅੱਖਰਾਂ ਦੇ ਵਿੱਚ ਹੀ ਲਿਖੀ ਹੋਈ ਹੈ ਨਾ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਦੇ ਨਾਲ ਹੀ, ਸ਼ਬਦਾਂ ਦੇ ਵਿੱਚ ਹੀ ਇਹ ਜਿਹੜੀ ਬਾਣੀ ਹੈ, ਤੇਰੀ ਉਸਤਤ, ਤੇਰੀ ਜਿਹੜੀ ਸਲਾਹ ਹੈ, ਉਹ ਵੀ ਅੱਖਰਾਂ ਦੇ ਨਾਲ ਹੀ ਲਿਖੀ ਜਾਂਦੀ ਹੈ। ਤੇਰੀ ਬੋਲੀ, ਤੇਰੀ ਬਾਣੀ ਅੱਖਰਾਂ ਦੇ ਨਾਲ ਹੀ ਜਿਹੜੀ ਹੈ ਉਹ ਲਿਖੀ ਜਾਂਦੀ ਹੈ। ਅਖਰੀ ਲਿਖਣ ਬੋਲਣ ਬਾਣ। ਬਾਣ ਬੋਲਣ ਦਾ ਅਰਥ ਬੋਲੀ ਬੋਲਣਾ। ਕਿਸੇ ਤਰ੍ਹਾਂ ਦੀ ਕੋਈ ਵੀ ਬੋਲੀ ਹੈ ਉਹ ਅਸੀਂ ਅੱਖਰਾਂ ਦੇ ਨਾਲ ਹੀ ਬੋਲਦੇ ਹਾਂ। ਜਦੋਂ ਅੱਖਰਾਂ ਜੁੜ ਜਾਂਦੇ ਆ ਤੇ ਅਸੀਂ ਆਪਣੇ ਮੂੰਹ ਦੇ ਵਿੱਚੋਂ ਕੋਈ ਸ਼ਬਦ ਜਿਹੜਾ ਉਹ ਬੋਲਦੇ ਹਾਂ, ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਇੱਕ ਸ਼ਬਦ ਬਣਦਾ ਹੈ। ਫਿਰ ਉਸ ਸ਼ਬਦ ਨੂੰ ਅਸੀਂ ਆਪਣੇ ਮੂੰਹ ਦੇ ਲੈ ਕੇ ਆਉਂਦੇ ਹਾਂ, ਤੇ ਫਿਰ ਉਹ ਜਿਹੜਾ ਸ਼ਬਦ ਸਾਡੇ ਮੂੰਹ ਦੇ ਵਿੱਚੋਂ ਨਿਕਲਦਾ। ਇਸ ਤਰ੍ਹਾਂ ਜੋ ਵੀ ਅਸੀਂ ਬੋਲਦੇ ਹਾਂ, ਜਿਹੜਾ ਵੀ ਅੱਖਰ ਬੋਲਦੇ ਹਾਂ, ਉਹ ਅੰਦਰ ਜਿਹੜਾ ਹੈ ਅੱਖਰਾਂ ਦੇ ਨਾਲ ਹੀ ਬਣਦਾ ਹੈ। ਅਖਰੀ ਲਿਖਣ, ਲਿਖਣਾ ਵੀ ਅੱਖਰਾਂ ਦੇ ਨਾਲ ਹੀ ਹੁੰਦਾ ਹੈ। ਤੇ ਬੋਲਣ ਬਾਣ, ਜਦੋਂ ਬੋਲਦੇ ਆ ਉਦੋਂ ਵੀ ਅੱਖਰ ਹੀ ਸਾਡੀ ਸਹਾਇਤਾ ਕਰਦੇ ਆ। ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਅੱਖਰਾਂ ਸਿਰ, ਇੱਥੇ ਬਿੰਦੀ ਲਾਣੀ ਆਪਾਂ, ਅੱਖਰਾਂ ਸਿਰ ਸੰਜੋਗ ਵਖਾਣ ਮਤਲਬ ਬਹੁ ਵਚਨ ਹੈ। ਅੱਖਰਾਂ ਨਾਲ ਸਿਰ ਸੰਜੋਗ ਵਖਾਣ, ਅੱਖਰਾਂ ਨਾਲ ਪ੍ਰਾਣੀ ਦੇ ਮੱਥੇ ਉੱਤੇ ਕਿਸਮਤ ਜਿਹੜੀ ਉਹ ਬਿਆਨ ਕੀਤੀ ਜਾਂਦੀ ਹੈ। ਹੁਣ ਜਿਹੜੇ ਸਾਡੇ ਸੰਜੋਗ ਆ, ਜਿਹਦੇ ਨਾਲ ਅਸੀਂ ਸੰਸਾਰ ਉੱਤੇ ਆਏ ਆ, ਉਹ ਵੀ ਅੱਖਰਾਂ ਦੇ ਰਾਹੀਂ ਹੀ ਸਾਡੇ ਭਾਗ ਜਿਹੜੇ ਲਿਖੇ ਹੋਏ ਆ ਪ੍ਰਮਾਤਮਾ ਨੇ। ਅੱਖਰਾਂ ਸਿਰ ਸੰਜੋਗ ਵਖਾਣ, ਸਾਡੇ ਭਾਗ, ਸਾਡਾ ਲੇਖਾ ਜੋਖਾ ਜਿਹੜਾ ਹੈ ਉਹ ਅੱਖਰਾਂ ਰਾਹੀਂ ਹੀ ਵਿਖਿਆਨ ਕੀਤਾ ਹੋਇਆ ਪ੍ਰਮਾਤਮਾ ਨੇ। ਅੱਖਰਾਂ ਰਾਹੀਂ ਹੀ ਸਾਨੂੰ ਦੱਸਿਆ ਹੋਇਆ ਕਿ ਤੁਸੀਂ ਸੰਸਾਰ ਤੇ ਇੰਨਾ ਚਿਰ ਜਿਹੜਾ ਟਿਕੇ ਰਹੋਗੇ। ਜਿਹੜੇ ਗੁਣ ਧਾਰਨ ਕਰੋਗੇ ਤੇ ਤੁਸੀਂ ਮੁਕਤ ਹੋ ਜਾਓਗੇ, ਨਾ ਗੁਣ ਧਾਰਨ ਕਰੋਗੇ ਤੇ ਤੁਸੀਂ ਸੰਸਾਰ ਦੇ ਵਿੱਚ ਫਿਰ ਜਨਮ ਤੇ ਫਿਰ ਮਰਨ ਦੇ ਗੇੜ 'ਚ ਆ ਜਾਓਗੇ। ਇਹ ਸਾਰਾ ਕੁਝ ਵੀ ਸਾਡੇ ਭਾਗਾਂ ਦਾ ਜਿਹੜਾ ਲੇਖਾ ਹੈ, ਇਹ ਵੀ ਸ਼ਬਦਾਂ ਰਾਹੀਂ, ਇਹ ਵੀ ਅੱਖਰਾਂ ਰਾਹੀਂ ਹੀ ਹੁੰਦਾ ਹੈ। ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਸ ਪ੍ਰਮਾਤਮਾ ਨੇ ਇਹ ਅੱਖਰ ਲਿਖੇ ਹੋਏ ਆ, ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹ ਪ੍ਰਮਾਤਮਾ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਆਉਂਦਾ। ਜਿਨ ਇਹ ਲਿਖੇ ਤਿਸ ਸਿਰ ਨਾਏ, ਕਿਉਂਕਿ ਉਹਨੇ ਇਹ ਜਿਹੜੇ ਲੇਖ ਆ, ਇਹ ਜਿਹੜੇ ਅੱਖਰ ਆ, ਇਹ ਸਾਡੇ ਲਿਖੇ ਹੋਏ ਆ, ਤੇ ਜਿਹਨੇ ਲਿਖੇ ਆ ਉਹ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਆਉਂਦਾ। ਉਹ ਅਕਾਲ ਪੁਰਖ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਇਹ ਸਾਡੇ ਵਾਸਤੇ ਅੱਖਰ ਹਨ। ਅੱਖਰਾਂ ਸਿਰ ਸੰਜੋਗ
जिन्हें लिखे ते सिर नाहे। जिस परमात्मा ने ये अखर लिखे हुए आ, तिस सिर नाहे, ओहदे उत्ते ये अखर नहीं चलते, भाव ओहदे मत्थे उत्ते ये अखर नहीं लिखे हुए, ये जीवां दे मत्थे उत्ते अखर लिखे हुए आ। जिव फरमाए तिव तिव पाए, जिवें जिवें वो अकाल पुरख परमात्मा फरमाउंदा है, तिवें तिवें ही मनुख जो है इस संसार उत्ते कारज करते हैं। हुण सतगुरां ने पिछले भरम जिहड़े मिटाए आ, कि आपां पिछली पौड़ियां च पढ़िया सी कि असंख जाप असंख भाओ, है ना। फिर जदों आपां पढ़न लग गए कि असंख मूर्ख अंध घोर, ते फिर मन दे विच इह गल आ जांदी है कि जे असंख जप असंख भाओ ते असंख मूर्ख अंध घोर ਉਹ ਕੌਣ ਹਨ। ਉਹਨਾਂ ਪ੍ਰਤੀ ਸਾਡੇ ਮਨ ਵਿੱਚ ਇੱਕ ਗੱਲ ਆਉਂਦੀ ਆ ਕਿ ਕੀ ਉਹ ਫਿਰ ਆਪਣੀ ਮਰਜ਼ੀ ਨਾਲ ਚੱਲ ਰਹੇ ਆ। ਜਿਹੜੇ ਅਸੰਖ ਮੂਰਖ ਆ ਉਹ ਕੀ ਉਹ ਆਪਣੀ ਮਰਜ਼ੀ ਦੇ ਨਾਲ ਚੱਲ ਰਹੇ ਆ, ਤੇ ਜਿਹੜੇ ਅਸੰਖ ਜਪ ਆ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਸੰਸਾਰ ਤੇ ਚੱਲ ਰਹੇ ਆ। ਪਰ ਸਤਿਗੁਰਾਂ ਨੇ ਦੇਖੋ ਕਹਿ ਦਿੱਤਾ ਕਿ ਜਿਵ ਫਰਮਾਏ ਤਿਵ ਤਿਵ ਪਾਹੇ। ਜਿਵੇਂ ਜਿਵੇਂ ਪ੍ਰਮਾਤਮਾ ਫਰਮਾਉਂਦਾ ਹੈ, ਜਿਵੇਂ ਜਿਵੇਂ ਹੁਕਮ ਕਰਦਾ ਹੈ, ਜੀਵ ਉਸੇ ਤਰ੍ਹਾਂ ਹੀ ਸੰਸਾਰ ਤੇ ਕਾਰ ਵਿਹਾਰ ਕਰਦਾ ਹੈ। ਭਾਵੇਂ ਉਹ ਮੂਰਖ ਬਣ ਜੇ, ਭਾਵੇਂ ਉਹ ਜਪੀ ਤਪੀ ਬਣ ਜੇ, ਇਹ ਉਹਦੇ ਹਿੱਸੇ ਆਉਂਦਾ। ਭਾਵੇਂ ਉਹ ਗਲਵੜ ਹੱਤਿਆ ਕਮਾਉਣ ਲੱਗ ਜਾਵੇ, ਤੇ ਭਾਵੇਂ ਉਹ ਅਸੰਖ ਵੇਦ ਪਾਠ ਪੁਰਾਣ, ਭਾਵੇਂ ਉਹ ਵੇਦਾਂ ਪਾਠਾਂ ਦਾ ਪਾਠੀ ਬਣ ਜਾਵੇ, ਇਹ ਸਾਰਾ ਕੁਛ ਉਹਦੇ ਹੁਕਮ ਦੇ ਵਿੱਚ, ਉਹਦੇ ਫਰਮਾਨ ਦੇ ਵਿੱਚ ਹੈ। ਜੇ ਫਰਮਾਏ ਤਿਵ ਤਿਵ ਪਾਹੇ, ਜਿਵੇਂ ਜਿਵੇਂ ਉਹ ਫਰਮਾਉਂਦਾ ਹੈ, ਜੀਵ ਉਸੇ ਤਰ੍ਹਾਂ ਹੀ ਜਿਹੜਾ ਫਲ ਪਾਉਂਦੇ ਹਨ, ਉਸੇ ਤਰ੍ਹਾਂ ਹੀ ਆਪਣਾ ਸੰਸਾਰ ਤੇ ਜੀਵਨ ਭੋਗਦੇ ਹਨ, ਜਿਵੇਂ ਪ੍ਰਮਾਤਮਾ ਫਰਮਾਉਂਦਾ ਹੈ। ਜੇਤਾ ਕੀਤਾ ਤੇਤਾ ਨਾਉ, ਜਿੰਨੀ ਵੱਡੀ ਪ੍ਰਮਾਤਮਾ ਦੀ ਰਚਨਾ ਹੈ, ਉਨੀ ਹੀ ਵੱਡੀ ਉਹਦੀ ਕੀਰਤੀ ਹੈ, ਉਹਦਾ ਜਸ ਹੈ। ਨਾਉ ਦਾ ਅਰਥ ਉਹਦਾ ਨਾਮ, ਉਹਦਾ ਸਰੂਪ। ਪ੍ਰਮਾਤਮਾ ਜਿੱਦਾਂ ਵੱਡਾ ਹੈ, ਓਡਾ ਹੀ ਵੱਡਾ ਉਹਦਾ ਨਾਮ ਹੈ। ਜਿਵ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਬਿਨਾਂ ਨਾਮ ਤੋਂ ਕੋਈ ਵੀ ਥਾਂ ਜਿਹੜੀ ਉਹ ਖਾਲੀ ਨਹੀਂ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਦਾ ਕੋਈ ਵੀ ਜਗ੍ਹਾ ਜਿਹੜੀ ਉਹ ਖਾਲੀ ਨਹੀਂ। ਹਰ ਜਗ੍ਹਾ ਦੇ ਉੱਤੇ ਪਰਮਾਤਮਾ ਦਾ ਨਾਮ ਜਿਹੜਾ ਫੈਲਿਆ ਹੋਇਆ ਹੈ। ਇਹ ਇੱਥੇ ਨਾਮ ਤੋਂ ਭਾਵ ਸਾਧ ਸੰਗਤ ਜਿਹੜੀ ਸਾਡੇ ਅੰਦਰ ਜੀਵ ਸਤਾ ਕੰਮ ਕਰ ਰਹੀ ਹੈ ਨਾ, ਉੱਥੋਂ ਭਾਵ ਹੈ ਨਾਮ ਤੋਂ। ਮਤਲਬ ਅਸੀਂ ਜੋ ਚੱਲ ਫਿਰ ਰਹੇ ਹਾਂ ਜਾਂ ਜੀਵ ਜਿਹੜੇ ਕਾਰਜ ਕਰ ਰਹੇ ਆ, ਉਹ ਉਸ ਪਰਮਾਤਮਾ ਦੀ ਦਿੱਤੀ ਹੋਈ ਸਤਾ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ। ਇੱਥੋਂ ਨਾਮ ਤੋਂ ਭਾਵ ਸਤਾ ਹੈ। ਜਿਹਨੂੰ ਸਤਿਗੁਰਾਂ ਨੇ ਆਸਾ ਦੀ ਵਾਰ ਚ ਕਿਹਾ ਨਾ ਕਿ ਨਾਮ ਕੇ ਧਾਰੇ ਸਗਲੇ ਜੰਤ, ਹਨਾ। ਨਾਮ ਕੇ ਧਾਰੇ ਸਗਲੇ ਜੰਤਰ, ਨਾਮ ਦੇ ਵਿੱਚ ਹੀ ਸਾਰਾ ਸੰਸਾਰ, ਸਾਰੇ ਜਿਹੜੇ ਆ ਜਗਤ, ਸਾਰੇ ਬ੍ਰਹਿਮੰਡ ਜਿਹੜੇ ਉਹ ਨਾਮ ਦੇ ਧਾਰੇ, ਨਾਮ ਦੇ ਵਿੱਚ ਹੀ ਚੱਲਦੇ। ਇੱਥੇ ਹੁਣ ਉਸ ਨਾਮ ਤੋਂ ਭਾਵ ਹੈ ਕਿ ਪ੍ਰਮਾਤਮਾ ਦੇ ਹੁਕਮ ਤੋਂ, ਉਹਦੇ ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਕੋਈ ਵੀ ਐਸੀ ਜਗ੍ਹਾ ਨਹੀਂ ਹੈ ਜਿਹੜੀ ਉਹਦੇ ਨਾਮ ਤੋਂ ਬਿਨਾਂ ਹੋਵੇ। ਭਾਵ ਜਿੰਨੇ ਬ੍ਰਹਿਮੰਡ, ਜਿੰਨੇ ਸੂਰਜ ਹਨ, ਉਹ ਸਾਰੇ ਇਸ ਅਕਾਲ ਪੁਰਖ ਦੇ ਨਾਮ ਦੇ ਨਾਲ ਹੀ ਚੱਲ ਰਹੇ ਆ, ਉਹਦੇ ਹੁਕਮ ਵਿੱਚ ਹੀ ਚੱਲ ਰਹੇ ਆ। ਜਿਵੇਂ ਉਹ ਕਰਾਉਂਦਾ ਉਵੇਂ ਹੀ ਕਰ ਰਹੇ ਹਨ। ਵਿਣ ਨਾਵੈ ਨਾਹੀ ਕੋ ਥਾਉ, ਕੋਈ ਵੀ ਥਾਂ ਐਸਾ ਨਹੀਂ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਹੈ। ਕੁਦਰਤ ਕਵਣ ਕਹਾ ਵਿਚਾਰ, ਇਹ ਪ੍ਰਮਾਤਮਾ ਤੇਰੀ ਕੁਦਰਤ ਦਾ ਜਿਹੜਾ ਉਹ ਵਿਚਾਰ ਕਿਹਾ ਨਹੀਂ ਜਾ ਸਕਦਾ। ਕੀ ਵਿਚਾਰ ਕਹੀ ਜਾ ਸਕਦੀ ਆ ਤੇਰੇ ਇਸ ਪ੍ਰਮਾਤਮਾ, ਤੇਰੀ ਕੁਦਰਤ ਦੀ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਮੈਂ ਤੇਰੇ ਤੋਂ ਕੁਰਬਾਨ ਹੁੰਨਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਹੜੀ ਕਾਰ ਤੈਨੂੰ ਪਾਉਂਦੀ ਹੈ ਅਸਲ ਵਿੱਚ ਉਹੀ ਭਲੀ ਹੈ। ਭਾਵੇਂ ਤੂੰ ਕਿਸੇ ਨੂੰ ਮੂਰਖ ਬਣਾ ਦਵੇਂ, ਭਾਵੇਂ ਤੂੰ ਕਿਸੇ ਨੂੰ ਜਪੀ ਤਪੀ ਸੂਰਮਾ ਬਣਾ ਦਵੇਂ, ਭਾਵੇਂ ਤੂੰ ਕਿਸੇ ਨੂੰ ਗਲਵਟ ਹੱਤਿਆ ਕਮਾਉਣ ਦੇ ਕਾਰਜ ਤੇ ਲਾ ਦਵੇਂ, ਇਹ ਸਾਰਾ ਕੁਛ ਪ੍ਰਮਾਤਮਾ ਜੀ ਆਪ ਜੀ ਦੀ ਕਾਰ ਦੇ ਵਿੱਚ ਹੀ ਚੱਲ ਰਿਹਾ। ਜੋ ਤੈਨੂੰ ਪਾਉਂਦਾ ਹੈ ਉਹੀ ਭਲਾ ਕਾਰਜ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਪ੍ਰਮਾਤਮਾ ਜੀ ਤੁਸੀਂ ਸਦਾ ਸਲਾਮਤ ਹੋ। ਭਾਵੇਂ ਇਹ ਸਾਰਾ ਸੰਸਾਰ ਖਤਮ ਹੋ ਜਾਵੇ, ਪਰ ਆਪ ਜੀ ਨਿਰੰਕਾਰ ਰੂਪ ਹੋ ਕਰਕੇ ਸਲਾਮਤ ਹੋ। ਇਹ ਸਤਿਗੁਰਾਂ ਨੇ 19ਵੀਂ ਪੌੜੀ ਦੇ ਵਿੱਚ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਸੋ ਇਸ ਤੋਂ ਉਪਰੰਤ 20ਵੀਂ ਪੌੜੀ ਦੀ ਆਪਾਂ ਆਰੰਭਤਾ ਜਿਹੜੀ ਹੈ ਉਹ ਕਰ ਲੈਂਦੇ ਹਾਂ ਜੀ।
ਹਾਂਜੀ, ਸਤਿਗੁਰੂ ਬਖਸ਼ਿਸ਼ ਕਰਦੇ ਆ, ਧਰੀਐ ਹੱਥ ਪੈਰ ਤਨ ਦੇ। ਹੁਣ ਸਤਿਗੁਰਾਂ ਨੇ ਜੋ ਪਿਛਲੀ ਪੌੜੀਆਂ ਦੇ ਅੰਦਰ ਇਹ ਦੱਸਿਆ ਕਿ ਅਸੰਖੀ ਜਪਣ ਵਾਲੇ ਹਨ, ਅਸੰਖੇ ਹੀ ਪਾਪ ਕਮਾਉਣ ਵਾਲੇ ਹਨ। ਤੇ ਹੁਣ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਆ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਜਿਹੜਾ ਆ ਪਵਿੱਤਰ ਕਰਨਾ ਹੈ, ਕਿਵੇਂ ਅਸੀਂ ਜਪਣ ਵਾਲੇ ਬਣਨਾ ਹੈ, ਕਿਵੇਂ ਉਹਦੇ ਨਾਮ ਦੇ ਵਿੱਚ ਜੁੜਨਾ, ਉਹ ਕੀ ਤਰੀਕਾ ਹੈ, ਉਹ ਸਤਿਗੁਰੂ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਆ। ਇੱਕ ਉਦਾਹਰਨ ਦੇ ਕੇ, ਬੜੀ ਸੁੰਦਰ ਉਦਾਹਰਨ ਸਤਿਗੁਰਾਂ ਨੇ ਦਿੱਤੀ ਹੈ। ਸਭ ਤੋਂ ਪਹਿਲਾਂ ਭਰੀਐ ਹੱਥ ਪੈਰ ਤਨ ਦੇ। ਭਰੀਐ, ਐੜੇ ਨੂੰ ਦਲਾਵਾਂ ਪੜ੍ਹਨੀਆਂ ਪੂਰੀਆਂ। ਭਰੀਐ ਹੱਥ ਪੈਰ ਤਨ ਦੇ। ਜੇ ਕਿਤੇ ਮਿੱਟੀ ਦੇ ਨਾਲ, ਜੇ ਕਿਤੇ ਗੰਦਗੀ ਦੇ ਨਾਲ ਸਾਡੇ ਹੱਥ, ਸਾਡੇ ਪੈਰ ਤੇ ਸਾਡਾ ਤਨ, ਸਾਡੀ ਦੇਹ ਗੰਦੀ ਹੋ ਜਾਵੇ, ਪਾਣੀ ਧੋਤਾ ਉਤਰਸ ਖੇ, ਉਤਰਸ ਖੇ, ਪਾਣੀ ਦੇ ਨਾਲ, ਪਾਣੀ ਦੇ ਵਿੱਚ ਧੋਣ ਦੇ ਨਾਲ ਜਿਹੜਾ ਹੈ ਉਤਰ ਜਾਂਦੀ ਹੈ। ਪਾਣੀ ਧੋਤਾ ਹੈ ਉਤਰਸ ਖੇ, ਉਹ ਜਿਹੜੀ ਮਿੱਟੀ, ਉਹ ਜਿਹੜੀ ਖੇ ਸਾਡੇ ਸਰੀਰ ਉੱਤੇ ਲੱਗੀ ਹੁੰਦੀ ਹੈ, ਜਦੋਂ ਅਸੀਂ ਪਾਣੀ ਦੇ ਨਾਲ ਆਪਣਾ ਮੂੰਹ ਜਾਂ ਹੱਥ ਜਾਂ ਪੈਰ ਜਾਂ ਆਪਣੇ ਸਰੀਰ ਦਾ ਇਸ਼ਨਾਨ ਕਰ ਲੈਂਦੇ ਹਾਂ ਤੇ ਉਹ ਉਤਰ ਜਾਂਦੀ ਹੈ। ਭਾਵ ਇਹ ਜਿਹੜੀ ਖੇ ਮਿੱਟੀ ਹੈ ਇਸ ਤਰੀਕੇ ਦੇ ਨਾਲ ਉਤਰਦੀ ਹੈ ਜਿਹੜੀ ਤਨ ਨੂੰ ਲੱਗੀ ਹੋਵੇ। ਮੂਤ ਪਲੀਤੀ ਕੱਪੜ ਹੋਏ, ਜੇ ਕਿਤੇ ਸਾਡਾ ਕੋਈ ਵਸਤਰ ਹੈ ਉਹ ਗੰਦਾ ਹੋ ਜਾਵੇ, ਮੂਤ ਪਲੀਤੀ ਕੱਪੜ ਹੋਏ, ਗੰਦ ਦੇ ਨਾਲ, ਪਲੀਤਾ, ਪਲੀਤ ਤੋਂ ਭਾਵ ਗੰਦਾ ਹੋ ਜਾਵੇ। ਮੂਤ ਪਲੀਤੀ ਕੱਪੜ ਹੋਏ, ਜਿਹੜਾ ਕੱਪੜਾ ਅਸੀਂ ਪਹਿਨਦੇ ਹਾਂ ਉਹ ਗੰਦਗੀ ਦੇ ਨਾਲ ਭਰ ਜਾਵੇ, ਪਿਸ਼ਾਬ ਦੇ ਨਾਲ ਜਾਂ ਹੋਰ ਗੰਦਗੀ ਇਹਨੂੰ ਲੱਗ ਜਾਵੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਦੇ ਸਾਬੂਨ, ਬੂਨ ਬੱਬੇ ਨੂੰ ਦਲੈਂਕੜ ਲੱਗਾ ਹੋਇਆ, ਇਹਨੂੰ ਪੂਰਾ ਬੋਲਣਾ ਹੈ ਜੀ। ਦੇ ਸਾਬੂਨ ਲਈਏ, ਐ ਦਲਾਵਾਂ ਪੜ੍ਹਨੀਆਂ ਪੂਰੀਆਂ। ਉਹ ਕੂੜਾ ਜਿਹੜਾ ਉਹਦਾ ਮੂੰਹ ਖੁੱਲਾ ਹੈ, ਆਪ ਜੀ ਦੇਖ ਸਕਦੇ, ਉਹ ਨਹੀਂ ਪੜ੍ਹਨਾ, ਉਹ ਘੋੜਾ ਪੂਰਾ ਪੜ੍ਹਨਾ। ਦੇ ਸਾਬੂਨ ਲਈਏ ਉਹ ਧੋਏ, ਤੇ ਅਸੀਂ ਸਾਬਣ ਦੇ ਨਾਲ ਕੱਪੜੇ ਨੂੰ ਸਾਫ਼ ਕਰ ਲਈਦਾ, ਧੋ ਲਈਦਾ ਹੈ। ਹੁਣ ਦੋ ਉਦਾਹਰਨਾਂ ਦਿੱਤੀਆਂ ਸਤਿਗੁਰਾਂ ਨੇ ਬਾਹਰਲੇ ਸਰੀਰ ਨੂੰ ਸਾਫ਼ ਕਰਨ ਦੀਆਂ, ਕੱਪੜੇ ਨੂੰ ਸਾਫ਼ ਕਰਨ ਦੀਆਂ, ਕਿ ਜੇ ਸਾਡਾ ਸਰੀਰ ਗੰਦਾ ਹੋ ਜਾਵੇ ਤੇ ਉਹਨੂੰ ਅਸੀਂ ਪਾਣੀ ਦੇ ਨਾਲ ਧੋ ਲੈਂਦੇ ਹਾਂ, ਜੇ ਕੋਈ ਕੱਪੜਾ ਗੰਦਾ ਆ ਜਾਵੇ ਉਹਨੂੰ ਸਾਬਣ ਮਾਰ ਕੇ ਤੇ ਉਹਨੂੰ ਪਾਣੀ 'ਚ ਧੋ ਲੈਂਦੇ ਹਾਂ ਤੇ ਸਾਡਾ ਕੱਪੜਾ ਵੀ ਸਾਫ਼ ਹੋ ਜਾਂਦਾ, ਸਾਡਾ ਸਰੀਰ ਵੀ ਸਾਫ਼ ਜਿਹੜਾ ਹੈ ਹੋ ਜਾਂਦਾ ਹੈ। ਤੇ ਸਾਬੁਨ ਲਈਏ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਜੇ ਕਿਤੇ ਸਾਡੀ ਮਤ, ਜੇ ਕਿਤੇ ਸਾਡੀ ਬੁੱਧੀ ਪਾਪ ਕਰ ਕਰਕੇ ਮਲੀਨ ਹੋ ਜਾਵੇ, ਕਿਉਂਕਿ ਅਸੀਂ ਪਾਪ ਕਰਦੇ ਹਾਂ ਪਰ ਸਾਨੂੰ ਪਤਾ ਨਹੀਂ ਲੱਗਦਾ, ਤੇ ਸਾਡੀ ਬੁੱਧੀ ਜਿਹੜੀ ਹੈ ਪਾਪ ਦੇ ਨਾਲ ਭਰ ਜਾਂਦੀ ਹੈ। ਇਹ ਪਤਾ ਕਿਵੇਂ ਲੱਗਦਾ ਕਿ ਬੁੱਧੀ ਪਾਪਾਂ ਦੇ ਨਾਲ ਭਰੀ ਹੈ? ਜਦੋਂ ਬਾਣੀ ਪੜ੍ਹਨ ਨੂੰ ਦਿਲ ਨਾ ਕਰੇ, ਸਿਮਰਨ ਕਰਨ ਨੂੰ ਦਿਲ ਨਾ ਕਰੇ, ਗੁਰਬਾਣੀ ਦੇ ਲਾਗੇ ਜਾਣ ਨੂੰ ਦਿਲ ਨਾ ਕਰੇ, ਤੇ ਉਹ ਸਮਝ ਲੈਣਾ ਚਾਹੀਦਾ ਕਿ ਸਾਡੀ ਮੱਤ ਜਿਹੜੀ ਉਹ ਪਾਪਾਂ ਦੇ ਨਾਲ ਭਰ ਚੁੱਕੀ ਹੈ, ਵਿਕਾਰਾਂ ਦੇ ਨਾਲ ਭਰ ਚੁੱਕੀ ਹੈ। ਭਰੀਐ ਮੱਤ ਪਾਪਾਂ ਕੈ ਸੰਗ, ਇੱਥੇ ਪਾਪਾਂ, ਪਾਪਾਂ ਦੇ ਉੱਤੇ ਆਪਾਂ ਬਹੁ ਵਚਨ ਸ਼ਬਦ ਇਸ ਕਰਕੇ ਇੱਥੇ ਆਪਾਂ ਬਿੰਦੀ ਲਾਣੀ ਆ। ਭਰੀਐ ਮੱਤ ਪਾਪਾਂ ਕੈ ਸੰਗ, ਜੇ ਕਿਤੇ ਸਾਡੀ ਬੁੱਧੀ ਮਲੀਨ ਹੋ ਜਾਵੇ, ਪਾਪਾਂ ਦੇ ਨਾਲ ਭਰ ਜਾਵੇ, ਵਿਕਾਰਾਂ ਦੇ ਨਾਲ ਭਰ ਜਾਵੇ, ਤੇ ਫਿਰ ਕੀ ਕੀਤਾ ਜਾਵੇ? ਉਹ ਧੋਪੈ ਨਾਵੈ ਕੈ ਰੰਗ, ਉਹਨੂੰ ਨਾਮ ਦਾ ਰੰਗ ਜਾੜ ਕੇ ਫਿਰ ਉਹਨੂੰ ਧੋਤਾ ਜਾ ਸਕਦਾ। ਸੰਸਾਰ ਦੇ ਵਿੱਚ ਜੇ ਸਾਡਾ ਸਰੀਰ ਗੰਦਾ ਹੈ ਉਹਨੂੰ ਪਾਣੀ ਦੇ ਨਾਲ ਧੋਤਾ ਜਾ ਸਕਦਾ ਹੈ, ਜੇ ਕੱਪੜਾ ਗੰਦਾ ਹੈ ਉਹਨੂੰ ਸਾਬਣ ਦੇ ਨਾਲ ਧੋਤਾ ਜਾ ਸਕਦਾ ਹੈ। ਪਰ ਜੇ ਸਾਡਾ ਮਨ ਗੰਦਾ ਹੈ, ਜੇ ਸਾਡੀ ਮੱਤ ਗੰਦੀ ਹੈ, ਜੇ ਅਸੀਂ ਵਿਕਾਰ ਕਮਾਏ ਆ, ਤੇ ਜੇ ਅਸੀਂ ਵਿਕਾਰ ਕਮਾਏ ਹੋਏ ਆ, ਤੇ ਉਹਨਾਂ ਵਿਕਾਰਾਂ ਨੂੰ ਸਾਫ਼ ਕਰਨ ਵਾਸਤੇ ਸਾਡੇ ਕੋਲ ਇੱਕੋ ਹੀ ਇੱਕ ਰਸਤਾ ਹੈ। ਉਹ ਕਿਹੜਾ ਰਸਤਾ ਸਤਿਗੁਰਾਂ ਨੇ ਦੱਸਿਆ? ਉਹ ਧੋਪੈ ਨਾਵੈ ਕੈ ਰੰਗ, ਨਾਮ ਜਪਣ ਦੇ ਨਾਲ ਬੁੱਧੀ ਜਿਹੜੀ ਹੈ ਉਹ ਸ਼ੁੱਧ ਹੋ ਸਕਦੀ ਹੈ। ਸੰਸਾਰ ਦੇ ਲੋਕ ਕੀ ਕਰਦੇ ਸਨ? ਮੱਤ ਪਾਪਾਂ ਦੇ ਨਾਲ ਭਰੀ ਹੋਈ ਹੈ ਤੇ ਜਾਣਾ ਤੀਰਥ ਇਸ਼ਨਾਨਾਂ ਦੇ ਉੱਤੇ, ਉੱਥੇ ਇਸ਼ਨਾਨ ਕਰਕੇ ਤੇ ਕਹਿ ਦੇਣਾ ਕਿ ਅਸੀਂ ਆਪਣੀ 84 ਖਤਮ ਕਰ ਲਈ,
ਅਸੀਂ ਜਿਹੜਾ ਪਾਪਾਂ ਤੋਂ ਮੁਕਤ ਹੋ ਗਏ। ਪਰ ਸਤਿਗੁਰਾਂ ਨੇ ਕਿਹਾ ਨਹੀਂ, ਪਾਣੀ ਦੇ ਨਾਲ ਸਰੀਰ ਧੋਤਾ ਜਾ ਸਕਦਾ, ਕੱਪੜਾ ਜਿਹੜਾ ਹੈ ਉਹ ਵੀ ਸਾਫ਼ ਕੀਤਾ ਜਾ ਸਕਦਾ, ਪਰ ਜੇ ਮੱਤ ਪਾਪਾਂ ਦੇ ਨਾਲ ਭਰੀ ਹੈ, ਜੇ ਮਨ ਜਿਹੜਾ ਨਿਰਮਲ ਨਹੀਂ ਹੈ, ਤੇ ਉਹਨੂੰ ਨਿਰਮਲ ਕਰਨ ਵਾਸਤੇ ਇੱਕੋ ਇੱਕ ਰਸਤਾ ਹੈ, ਉਹ ਨਾਮ ਜਪਣ ਦਾ ਰਸਤਾ ਹੈ। ਉਹ ਧੁੱਪ ਹੈ ਨਾਵੈ ਕੈ ਰੰਗ। ਨਾਮ ਦੇ ਨਾਲ, ਜਿਹੜਾ ਨਾਮ ਦਾ ਰੰਗ ਲਾਉਣ ਦੇ ਨਾਲ ਹੀ ਇਹ ਧੁੱਪ ਸਕਦਾ ਹੈ। ਅਕਾਲ ਪੁਰਖ ਦਾ ਪ੍ਰੇਮ ਜਿਹਨੂੰ ਲੱਗ ਜਾਂਦਾ ਹੈ, ਉਹਦੇ ਨਾਲ ਜਿਹੜਾ ਨਾਮ ਦਾ ਰੰਗ, ਨਾਮ ਦੇ ਨਾਲ ਜਿਹਦਾ ਪ੍ਰੇਮ ਪੈ ਜਾਂਦਾ, ਰੰਗ ਦਾ ਅਰਥ ਪ੍ਰੇਮ ਵੀ ਹੁੰਦਾ ਹੈ, ਉਹ ਧੁੱਪ ਹੈ ਨਾਵੈ ਕੈ ਰੰਗ। ਜਿਹਦਾ ਨਾਮ ਦੇ ਨਾਲ ਪ੍ਰੇਮ ਪੈ ਜਾਂਦਾ, ਜਿਹਨੂੰ ਜਪਣ ਦਾ ਚਾਅ ਆਉਂਦਾ ਹੈ, ਜਿਹਨੂੰ ਬੰਦਗੀ ਕਰਨ ਦਾ ਚਾਅ ਆਉਂਦਾ ਹੈ, ਜਿਹਨੂੰ ਬਾਣੀ ਪੜ੍ਹਨ ਦਾ ਆਨੰਦ ਆਉਂਦਾ ਹੈ, ਜਿਹਨੂੰ ਸਿਮਰਨ ਦਾ, ਸੇਵਾ ਦਾ ਆਨੰਦ ਆਉਂਦਾ ਹੈ, ਉਹਦੇ ਫਿਰ ਇਹ ਪਾਪਾਂ ਦੀ ਮੈਲ ਜਿਹੜੀ ਉਤਰਦੀ ਹੈ ਉਹਦੇ ਮਨ ਦੇ। ਉਹ ਧੁੱਪ ਹੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀਂ। ਸਤਿਗੁਰਾਂ ਨੇ ਕਿਹਾ ਕਿ ਸੰਸਾਰ ਦੇ ਉੱਤੇ ਬੇਅੰਤ ਹੀ ਪੁੰਨੀ ਹਨ ਤੇ ਬੇਅੰਤ ਹੀ ਪਾਪੀ ਹਨ, ਉਹਨਾਂ ਦਾ ਕਿਹਾ ਨਹੀਂ ਜਾ ਸਕਦਾ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ। ਬੇਅੰਤ ਹੀ ਇਸ ਸੰਸਾਰ ਦੇ ਉੱਤੇ ਪੁੰਨ ਕਮਾਉਣ ਵਾਲੇ ਆ, ਤੇ ਬੇਅੰਤ ਹੀ ਇਸ ਸੰਸਾਰ ਦੇ ਉੱਤੇ ਪਾਪ ਕਰਨ ਵਾਲੇ ਆ। ਜੋ ਪਿਛਲੇ ਪੌੜੀਆਂ ਦੇ ਨਾਲ ਇਸੇ ਆਪਾਂ ਪੰਕਤੀ ਨੂੰ ਮਿਲਾਉਂਦੇ ਆ ਕਿ ਪੁੰਨ ਕਰਨ ਵਾਲੇ, ਜਪਣ ਵਾਲੇ ਅਸੰਖ ਜਪ ਅਸੰਖ ਭਾਉ, ਪਾਪ ਕਰਨ ਵਾਲੇ ਅਸੰਖ ਜਿਹੜੇ ਸੀ। ਦੂਸਰੀ ਪੌੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਪਾਪ ਕਰਨ ਵਾਲੇ ਹੋ ਗਏ ਸਾਰੇ। ਤੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਇਹ ਪੁੰਨੀ ਪਾਪੀ ਆਖਣ ਨਾ ਹੀ, ਕਹੇ ਨਹੀਂ ਜਾ ਸਕਦੇ ਕਿ ਕਿੰਨੇ ਪਾਪੀ ਤੇ ਕਿੰਨੇ ਸੰਸਾਰ ਦੇ ਉੱਤੇ ਪੁੰਨੀ ਆ। ਪਰ ਅੱਗੇ ਸਤਿਗੁਰਾਂ ਨੇ ਕਹਿ ਦਿੱਤਾ, ਕਾਰ ਕਰ ਕਰਨਾ ਲਿਖ ਲੈ ਜਾਓ, ਕਿ ਤੁਸੀਂ ਸੰਸਾਰ ਦੇ ਉੱਤੇ ਜਿੰਨੇ ਵੀ ਕਰਮ ਕਰਦੇ ਹੋ, ਭਾਵੇਂ ਪਾਪ ਕਰਮ ਹਨ ਭਾਵੇਂ ਪੁੰਨ ਕਰਮ ਹਨ, ਉਹਨਾਂ ਨੂੰ ਤੁਸੀਂ ਲਿਖ ਕੇ ਲੈ ਕੇ ਜਾਂਦੇ ਹੋ ਇਸ ਸੰਸਾਰ ਤੋਂ। ਆਪਣੇ ਮਸਤਕ ਦੇ ਉੱਤੇ ਉਹਨਾਂ ਕਰਮਾਂ ਦੀ ਛਾਪ ਤੁਹਾਡੇ ਛਪ ਜਾਂਦੀ ਹੈ। ਜੇ ਤੁਸੀਂ ਚੰਗੇ ਕਰਮ ਕਰਦੇ ਹੋ, ਉਹਦੀ ਛਾਪ ਵੀ ਤੁਹਾਡੇ ਮਸਤਕ ਦੇ ਉੱਤੇ ਛਪ ਜਾਂਦੀ ਹੈ, ਤੇ ਜੇ ਤੁਸੀਂ ਪਾਪ ਕਰਮ ਕਰਦੇ ਹੋ ਤੇ ਉਹਦੀ ਛਾਪ ਵੀ ਤੁਹਾਡੇ ਮਸਤਕ ਦੇ ਉੱਤੇ ਛਪ ਜਾਂਦੀ ਆ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇ ਅਸੀਂ ਪਾਪ ਕਰ ਰਹੇ ਹਾਂ ਤੇ ਤਾਂ ਵੀ ਸਾਨੂੰ ਪਰਮਾਤਮਾ ਦੇਖ ਰਿਹਾ, ਤੇ ਜੇ ਅਸੀਂ ਪੁੰਨ ਕਰ ਰਹੇ ਹਾਂ ਤੇ ਉਹ ਤਾਂ ਵੀ ਸਾਨੂੰ ਦੇਖ ਰਿਹਾ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਇਹਨੂੰ ਥੋੜਾ ਜਿਹਾ ਔਂਕੜ ਲਾਉਣਾ ਹੈ, ਜਾਹੋ। ਆਪੇ ਬੀਜ ਆਪੇ ਹੀ ਖਾਓ। ਹੁਣ ਜੇ ਮਨੁੱਖ ਪੁੰਨ ਕਰਮ ਬੀਜਦਾ ਹੈ ਤੇ ਉਹਨੂੰ ਪੁੰਨ ਹੀ ਵੱਢਣਾ ਪਵੇਗਾ, ਤੇ ਜੇ ਉਹ ਪਾਪ ਕਰਮ ਬੀਜਦਾ ਤੇ ਉਹਨੂੰ ਪਾਪ ਕਰਮ ਹੀ ਵੱਢਣੇ ਪੈਣਗੇ। ਭਾਵ ਜੋ ਉਹਨੇ ਬੀਜਿਆ ਹੈ ਉਹੀ ਉਹਨੂੰ ਜਿਹੜਾ ਵੱਢਣਾ ਪੈਣਾ ਹੈ। ਇਹ ਜਿਹੜਾ ਇਹ ਧੁਰ ਦਾ ਹੁਕਮ ਹੈ, ਇਹ ਅਕਾਲ ਦਾ ਹੁਕਮ ਹੈ। ਕਿਉਂਕਿ ਸਤਿਗੁਰਾਂ ਨੇ ਕਿਹਾ ਕਿ ਬੀਜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਹੁਣ ਜੇ ਕੋਈ ਜੱਟ ਕਿੱਕਰ ਬੀਜ ਲਵੇ ਤੇ ਆਸ ਰੱਖੇ ਚੰਗੀਆਂ ਦਾਖਾਂ ਦੀ, ਤੇ ਇਹ ਤੇ ਨਹੀਂ ਨਾ ਹੋ ਸਕਦਾ ਉਹਨੂੰ ਦਾਖਾਂ ਮਿਲ ਜਾਣ ਚੰਗੀਆਂ। ਦਾਖਾਂ ਤੋਂ ਭਾਵ ਅੰਗੂਰ ਦੀਆਂ ਵੇਲਾਂ ਹੁੰਦੀਆਂ ਜਿਹੜੀਆਂ ਅਰਬ ਕੰਟਰੀਆਂ 'ਚ ਹੁੰਦੀਆਂ, ਤੇ ਜੇ ਕੋਈ ਬੀਜ ਲਵੇ ਕਿੱਕਰ ਤੇ ਆਖੇ ਮੈਨੂੰ ਅੰਗੂਰਾਂ ਦੀਆਂ ਵੇਲਾਂ ਪ੍ਰਾਪਤ ਹੋ ਜਾਣ, ਇਸ ਤਰ੍ਹਾਂ ਨਹੀਂ ਕਦੀ ਹੋ ਸਕਦਾ। ਆਪੇ ਬੀਜ ਆਪੇ ਹੀ ਖਾਓ। ਫਿਰ ਉਹਨੂੰ ਖਾਣਾ ਵੀ ਆਪ ਹੀ ਪੈਂਦਾ ਹੈ, ਭਾਵ ਉਹਨੂੰ ਭੋਗਣਾ ਵੀ ਆਪ ਹੀ ਪੈਂਦਾ ਹੈ। ਜੋ ਕਰਮ ਮਨੁੱਖ ਕਰਦਾ ਹੈ ਨਾ, ਭਾਵੇਂ ਜਿਹਨੇ ਪੁੰਨ ਕਰਮ ਕੀਤਾ ਹੈ ਤੇ ਉਹਨੂੰ ਪੁੰਨ ਕਰਮ ਅਨੁਸਾਰ ਹੀ ਉਹਦਾ ਲੇਖਾ ਜਿਹੜਾ ਭੋਗਣਾ ਪੈਂਦਾ, ਭਾਵੇਂ ਇੱਥੇ ਭੋਗਣਾ ਪਵੇ ਤੇ ਭਾਵੇਂ ਸੰਸਾਰ ਛੱਡਣ ਤੋਂ ਬਾਅਦ ਅਗਲੇ ਜਨਮ 'ਚ ਭੋਗਣਾ ਪਵੇ। ਇਹ ਜਿਹੜੇ ਸਾਡੇ ਕਰਮ ਹਨ ਇਹ ਸਾਡੇ ਹਮੇਸ਼ਾ ਨਾਲ ਰਹਿੰਦੇ ਆ, ਇਹ ਜਿਹੜੇ ਕਦੀ ਵੀ ਨਹੀਂ ਬਦਲਦੇ। ਇਸ ਕਰਕੇ ਆਪੇ ਬੀਜ ਆਪੇ ਹੀ ਖਾਓ। ਸਾਨੂੰ ਆਪ ਹੀ ਇਹ ਬੀਜਣਾ ਪੈਂਦਾ। ਜੋ ਵੀ ਅਸੀਂ ਬੀਜਾਂਗੇ ਉਹ ਸਾਨੂੰ ਵੱਢਣਾ ਪਵੇਗਾ, ਉਹ ਸਾਨੂੰ ਖਾਣਾ ਪਵੇਗਾ। ਜੋ ਅਸੀਂ ਸੰਸਾਰ ਤੇ ਕੰਮ ਕਰਦੇ ਹਾਂ, ਭਾਵੇਂ ਅਸੀਂ ਪੁੰਨ ਕਰੀਏ ਭਾਵੇਂ ਪਾਪ ਕਰੀਏ, ਪਰ ਸਤਿਗੁਰਾਂ ਨੇ ਕਹਿ ਦਿੱਤਾ ਕਿ ਜੇ ਮਤ ਮਲੀਨ ਹੈ ਤੇ ਉਹ ਨਾਮ ਦੇ ਨਾਲ ਪਿਆਰ ਪਾਉਣ ਦੇ ਨਾਲ ਸਾਡੀ ਮਤ ਜਿਹੜੀ ਸ਼ੁੱਧ ਹੋ ਸਕਦੀ ਆ। ਫਿਰ ਅਸੀਂ ਇਸ ਪਾਪ ਤੇ ਪੁੰਨ ਵਾਲੇ ਕਰਮ ਤੋਂ ਬਚ ਸਕਦੇ। ਨਾਨਕ ਹੁਕਮੀ ਆਵੋ ਜਾਓ। ਹੁਕਮ ਵੀ ਸਤਿਗੁਰਾਂ ਨੇ ਕਿਹਾ ਇਹ ਨਹੀਂ ਹੈ ਕਿ ਜੇ ਜੀਵ ਕੰਮ ਕਰਦੇ ਆ ਤੇ ਕਾਰਜ ਕਰਦੇ ਆ, ਜੇ ਕੋਈ ਪੁੰਨੀ ਆ ਤੇ ਜੇ ਕੋਈ ਪਾਪੀ ਆ ਤੇ ਉਹ ਹੁਕਮ ਦੇ ਵਿੱਚ ਨਹੀਂ ਆ। ਹੈ ਸਾਰੇ ਹੁਕਮ 'ਚ ਹੀ, ਪਰ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਇਹ ਜਿਹੜਾ ਬੀਜ ਬੀਜਿਆ ਹੋਇਆ ਉਹ ਖਾਣਾ ਪੈਂਦਾ ਹੁਕਮ ਦੇ ਵਿੱਚ। ਕਿਉਂਕਿ ਸਾਡੇ ਮਨ ਵਿੱਚ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਨਾ ਕਿ ਜੇ ਸਾਰਾ ਕੁਛ ਉਹਦੇ ਹੁਕਮ ਵਿੱਚ ਆ, ਜੇ ਪਾਪੀ ਵੀ ਉਹਦੇ ਹੁਕਮ ਵਿੱਚ ਆ,
ਜੇ ਪੁੰਨੀ ਵੀ ਉਹਦੇ ਹੁਕਮ ਵਿੱਚ ਹੈ, ਫਿਰ ਕਾਹਦੀ ਕਿਸੇ ਨੇ ਸਜ਼ਾ ਮਿਲਣੀ ਹੈ। ਪਰ ਸਤਿਗੁਰਾਂ ਨੇ ਦੇਖੋ ਦੋਵੇਂ ਚੀਜ਼ਾਂ ਇੱਥੇ ਇਕੱਠੀਆਂ ਕਰਤੀਆਂ। ਸਤਿਗੁਰਾਂ ਨੇ ਕਿਹਾ ਹੈ ਸਾਰਾ ਕੁਝ ਹੁਕਮ 'ਚ, ਪਰ ਹੁਕਮ ਦੇ ਵਿੱਚ ਹੀ ਤੈਨੂੰ ਰਹਿ ਕੇ ਉਸ ਬੀਜੇ ਹੋਏ ਦਾ ਜਿਹੜਾ ਹੈ ਕਰਮ ਦਾ ਤੈਨੂੰ ਖਾਣਾ ਪਵੇਗਾ। ਪਰ ਖਾਣਾ ਕਿਵੇਂ ਪਏਗਾ? ਹੁਕਮ ਦੇ ਵਿੱਚ। ਨਾਨਕ ਹੁਕਮੀ ਆਪ ਹੋ ਜਾਓ। ਹੁਕਮ ਦੇ ਵਿੱਚ ਹੀ ਮਨੁੱਖ ਸੰਸਾਰ ਉੱਤੇ ਕਰਮ ਲੈ ਕੇ ਆਉਂਦਾ ਹੈ, ਕਰਮ ਭੋਗ ਕੇ ਹੁਕਮ ਦੇ ਵਿੱਚ ਹੀ ਚਲਾ ਜਾਂਦਾ ਹੈ। ਭਾਵੇਂ ਉਹ ਕਰਮ ਉਹਨੇ ਚੰਗੇ ਲੈ ਕੇ ਆਂਦੇ ਆ ਤੇ ਭਾਵੇਂ ਉਹ ਕਰਮ ਉਹਨੇ ਮਾੜੇ ਲੈ ਕੇ ਆਂਦੇ ਪਿਛਲੇ ਜਨਮ ਦੇ, ਤੇ ਜਾਂ ਇਸ ਸੰਸਾਰ ਤੇ ਆ ਕੇ ਭਾਵੇਂ ਉਹਨੇ ਮੰਦੇ ਕਰਮ ਕਮਾਏ ਆ ਤੇ ਭਾਵੇਂ ਉਹਨੇ ਚੰਗੇ ਕਰਮ ਕਮਾਏ ਆ। ਇਹ ਉਸ ਮਨੁੱਖ ਦੇ ਉੱਤੇ ਡਿਪੈਂਡ ਆ ਕਿ ਉਹਨੇ ਕੀ ਕਰਨਾ, ਚੰਗੇ ਕਰਮ ਕਮਾਉਣੇ ਆ ਜਾਂ ਮੰਦੇ ਕਰਮ ਕਮਾਉਣੇ ਆ। ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਉਹਨੂੰ ਭੋਗਣੇ ਜ਼ਰੂਰ ਪੈਣਗੇ। ਇਹ ਸਤਿਗੁਰਾਂ ਨੇ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕੀਤੀ ਆ ਕਿ ਭਾਈ ਤੇਰੇ ਕਰਮ ਨਾਸ਼ ਹੋ ਸਕਦੇ ਆ। ਉਹ ਕਾਰਜ ਕਿਹੜਾ ਆ? ਉਹ ਕਾਰਜ ਹੈ ਭਰੀਏ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ। ਨਾਮ ਜਪੇਗਾ ਤੇ ਫਿਰ ਤੈਨੂੰ ਕੋਈ ਪੁੰਨ ਤੇ ਕੋਈ ਪਾਪ ਵਾਲਾ ਕਰਮ ਜਿਹੜਾ ਉਹ ਤੇਰੇ ਲਾਗੇ ਨਹੀਂ ਆਵੇਗਾ, ਜਦੋਂ ਤੂੰ ਨਾਮ ਦੇ ਨਾਲ ਪਿਆਰ ਪਾਲੇਗਾ। ਜਦੋਂ ਮਨੁੱਖ ਨਾਮ ਦੇ ਨਾਲ ਜੁੜੀ ਗਿਆ, ਫਿਰ ਉਹਨੂੰ ਕਿਸੇ ਪੁੰਨ ਦਾ ਪਾਪ ਦਾ ਕੋਈ ਫਲ ਹੀ ਨਹੀਂ ਮਿਲਦਾ। ਉਹਨੂੰ ਫਿਰ ਲੱਗਦਾ ਹੀ ਨਹੀਂ ਕਿ ਮੈਂ ਪੁੰਨ ਕਰ ਰਿਹਾ ਕਿ ਪਾਪ ਕਰ ਰਿਹਾ। ਉਹ ਫਿਰ ਹਰ ਕਾਰਜ ਨੂੰ ਪਰਮਾਤਮਾ ਦਾ ਹੁਕਮ ਸਮਝ ਕੇ ਕਰਦਾ ਹੈ। ਫਿਰ ਉਹਦੇ ਕੋਲੋਂ ਪਰਮਾਤਮਾ ਕਿਸੇ ਤਰ੍ਹਾਂ ਦਾ ਕੋਈ ਪਾਪ ਕਰਮ ਹੋਣ ਨਹੀਂ ਦਿੰਦਾ। ਫਿਰ ਉਹ ਸੰਸਾਰ ਦੇ ਉੱਤੇ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਫਿਰ ਪਰਮਾਤਮਾ ਉਹਦੇ ਕੋਲੋਂ ਕੋਈ ਵੀ ਐਸਾ ਕਾਰਜ ਨਹੀਂ ਹੋ ਦਿੰਦਾ ਜਿਹਦੇ ਨਾਲ ਉਹਦਾ ਪਾਪ ਜਿਹੜਾ ਲੱਗੇ। ਇਸ ਕਰਕੇ ਜੋ ਦੱਸਿਆ ਹੈ ਕਿ ਕਰਮਾਂ ਦਾ ਬੀਜ ਜਿਹੜਾ ਬੀਜਿਆ ਹੈ ਉਹ ਖਾਣਾ ਪੈਂਦਾ ਹੈ, ਪਰ ਨਾਮ ਦੇ ਵਿੱਚ ਲਿਵ ਜੋੜਨ ਦੇ ਨਾਲ, ਨਾਮ ਦੇ ਨਾਲ ਪਿਆਰ ਕਰਨ ਦੇ ਨਾਲ ਮਨੁੱਖ ਜਿਹੜਾ ਹੈ ਉਹ ਇਸ ਸੰਸਾਰ ਦੇ ਉੱਤੋਂ ਤਰ ਜਾਂਦਾ ਹੈ। ਇਸ ਸੰਸਾਰ ਦੇ ਤੋਂ ਉਹਦੇ ਪਾਪ ਵੀ ਖਤਮ ਹੁੰਦੇ ਆ ਤੇ ਉਹ ਆਪ ਵੀ ਪਵਿੱਤਰ ਹੋ ਜਾਂਦਾ ਹੈ। ਸੋ ਇਹ ਆਪਾਂ 20ਵੀਂ ਪੌੜੀ ਤੱਕ ਜਿਹੜੀ ਅੱਜ ਦੀ ਇਹ ਵਿਆਖਿਆ ਕੀਤੀ ਹੈ। ਤੇ ਇਸ ਤੋਂ ਬਾਅਦ ਹੁਣ ਆਪ ਜੀ ਦੇ ਨਾਲ ਭਾਈ ਸ਼ਿਵਤਾਰ ਸਿੰਘ ਜੀ ਕੁਝ ਸਮਾਂ ਲੈਣਗੇ, ਫਿਰ ਆਪਾਂ ਸਮਾਪਤੀ ਕਰਾਂਗੇ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਲਖਬੀਰ ਸਿੰਘ ਜੀ ਆਪ ਸਭ ਸੰਗਤਾਂ ਦੇ ਨਾਲ ਅੱਜ ਦੇ ਜਿਹੜਾ ਵਿਸ਼ਾ ਸੀ ਉਹਦੇ ਉੱਤੇ ਵਿਚਾਰ ਕਰ ਰਹੇ ਸਨ, ਜੋ ਅਸੀਂ ਗੁਰਬਾਣੀ ਸੰਥਿਆ ਕਰ ਰਹੇ ਹਾਂ। ਤੇ ਇਹ ਪੌੜੀ ਚੱਲ ਰਹੀ ਸੀ ਤੇ ਦਾਸ ਨਾਲ ਸੁਣ ਰਿਹਾ ਸੀ ਤੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਇਹਦੇ ਵਿੱਚ ਜਿਹੜੀ ਪੰਕਤੀ ਆਈ ਹੈ ਕਿ ਆਪੇ ਬੀਜ ਆਪੇ ਹੀ ਖਾਓ, ਕਰ ਕਰ ਕਰਨਾ ਲਿਖ ਲੈ ਜਾਹ। ਜਿਹੜਾ ਹਾਹੇ ਨੂੰ ਔਂਕੜ ਆ ਉਹ ਪੋਲਾ ਜਿਹਾ ਬੋਲਣਾ ਹੈ। ਖੈਰ ਉਹ ਗਿਆਨੀ ਜੀ ਨੇ ਦੱਸਿਆ ਇਹ, ਤੇ ਮੈਂ ਆਪ ਜੀ ਦੇ ਨਾਲ ਇੱਕ ਨਾ ਛੋਟੀ ਜਿਹੀ ਸਾਖੀ ਸਾਂਝੀ ਕਰਨੀ ਹੈ ਕਿ ਮਨੁੱਖ ਕਿਸ ਤਰ੍ਹਾਂ ਕਰਮ ਕਮਾ ਰਿਹਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਤੇ ਕਿਸ ਤਰ੍ਹਾਂ ਕਿਹਾ ਸੀ ਕਿ ਉਹ ਧੁੱਪ ਹੈ ਨਾਵੇਂ ਕੈ ਰੰਗ। ਜਦੋਂ ਮਤ ਮਲੀਨ ਹੋ ਜਾਂਦੀ ਹੈ, ਮਨੁੱਖ ਆਪਣਾ ਪਰਾਇਆ, ਉੱਚਾ ਨੀਵਾਂ, ਇਹ ਸਭ ਕੁਝ ਜਿਹੜਾ ਵਾ ਨਾ ਸੰਸਾਰ ਦੇ ਵਿੱਚ ਧੰਦਿਆਂ ਦੇ ਵਿੱਚ ਖਚਤ ਹੋ ਕੇ ਤੇ ਬਣਾਉਣ ਲੱਗ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਲਯੁੱਗ ਨੂੰ ਤਾਰਨ ਵਾਸਤੇ ਇਸ ਧਰਤੀ ਤੇ ਆਏ। ਜਦੋਂ ਧਿਆਨ ਧਰ ਕੇ ਸਾਰੀ ਲੁਕਾਈ ਦੇਖੀ ਨਾ, ਤੇ ਲੁਕਾਈ ਦੇ ਅੰਦਰ ਹਾਹਾਕਾਰ। ਉਹ ਕਿਹੜੀ ਹਾਹਾਕਾਰ ਸੀ ਕਿ ਮਨੁੱਖ ਜਿਹੜਾ ਵਾ ਉਹ ਜਾਤਾਂ ਪਾਤਾਂ ਦੇ ਵਿੱਚ, ਊਚ ਨੀਚ ਦੇ ਵਿੱਚ ਜਿਹੜਾ ਸੀ ਉਹ ਭਰਮਿਆ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਦਿਨ ਫਿਰ ਉਸ ਅਕਾਲ ਪੁਰਖ ਦਾ ਹੁਕਮ ਮੰਨ ਕੇ ਇਸ ਸੰਸਾਰ ਨੂੰ ਤਾਰਨ ਵਾਸਤੇ 4 ਉਦਾਸੀਆਂ ਕੀਤੀਆਂ, ਜਿਹਦੇ ਵਿੱਚੋਂ ਇਹ ਜਿਸ ਸਥਾਨ ਦੀ ਮੈਂ ਗੱਲ ਕਰਨ ਲੱਗਾ ਉਹ ਸਭ ਤੋਂ ਪਵਿੱਤਰ ਸਥਾਨ ਮੰਨਿਆ ਗਿਆ ਹਰਿਦੁਆਰ। ਅੱਜ ਵੀ ਬਹੁਤ ਲੋਕ ਜਿਹੜੇ ਨੇ ਉਹ ਉੱਥੇ ਜਾ ਕੇ ਗੰਗਾ ਦਾ ਇਸ਼ਨਾਨ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਭਰਮ ਭੁਲੇਖਾ ਜਿਹੜਾ ਦੂਰ ਕਰਨ ਵਾਸਤੇ
ਕਿ ਇਸ਼ਨਾਨ ਕਰਨ ਦੇ ਨਾਲ, ਇਕੱਲਾ ਇਸ਼ਨਾਨ ਕਰਨ ਦੇ ਨਾਲ ਇਸ ਧਰਤੀ ਦੇ ਉੱਤੇ ਮਨੁੱਖ ਪਵਿੱਤਰ ਨਹੀਂ ਹੋ ਜਾਂਦਾ। ਇਕੱਲਾ ਤੀਰਥ ਇਸ਼ਨਾਨਾਂ ਦੀ ਯਾਤਰਾ ਕਰਨੀ, ਤੀਰਥ ਅਸਥਾਨਾਂ ਤੇ ਜਾ ਕੇ ਦਰਸ਼ਨ ਕਰਨੇ, ਇਹਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਉਹ ਇਹ ਸਾਖੀ ਦੇ ਅੰਦਰ ਪ੍ਰਤੀਤ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਹਰਿਦੁਆਰ ਜਾ ਕੇ ਗੰਗਾ ਦੇ ਕਿਨਾਰੇ ਤੇ ਕੰਢਾ ਆਪਣਾ ਡੇਰਾ ਕਰਦੇ ਆ ਨਾ, ਕੰਢੇ ਦੇ ਉੱਤੇ, ਉਸ ਸਥਾਨ ਤੇ ਜਾ ਕੇ ਜਦੋਂ ਬੈਠਦੇ ਆ, ਜਾਣੀ ਜਾਣ ਗੁਰੂ ਨਾਨਕ ਪਾਤਸ਼ਾਹ ਜੀ ਤੱਕਦੇ ਨੇ ਕਿ ਇੱਕ ਸਾਧੂ ਹੈ, ਵੈਸ਼ਨਵ ਸਾਧੂ। ਉਹਨੇ ਆਪਣਾ ਚੌਂਕਾ ਬਣਾਇਆ ਹੋਇਆ, ਆਪਣਾ ਛੋਟਾ ਜਿਹਾ ਡੇਰਾ ਬਣਾਇਆ ਹੋਇਆ, ਤੇ ਜਿੱਥੇ ਉਹ ਲੋਕਾਂ ਦੇ ਕੋਲੋਂ ਦਾਨ ਮੰਗਦਾ, ਤੇ ਮਨ ਦੇ ਵਿੱਚ ਪਾਪ ਹੈ, ਮਨ ਦੇ ਅੰਦਰ ਜਿਹੜਾ ਵਾ ਉਹ ਅਹੰਕਾਰ ਹੈ, ਪਾਪ ਹੈ ਕਿ ਮੈਂ ਉੱਚੀ ਕੁਲ ਦੇ ਵਿੱਚੋਂ ਜਨਮ ਲਿਆ ਤੇ ਮੈਂ ਉੱਚੀ ਕੁਲ ਦਾ ਹੋਣ ਕਰਕੇ ਜਿਹੜਾ ਵਾ ਮੈਂ ਸਭ ਤੋਂ ਸ੍ਰੇਸ਼ਟ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਇਸ ਸਥਾਨ ਦੇ ਉੱਤੇ ਜਾ ਕੇ ਡੇਰਾ ਲਾ ਕੇ ਤੇ ਭਾਈ ਮਰਦਾਨੇ ਨੂੰ, ਉਸ ਵੈਸ਼ਨੋ ਸਾਧੂ ਜਿਹੜਾ ਸੀ, ਵੈਸ਼ਨਵ ਸਾਧੂ, ਉਹਦੇ ਕੋਲ ਭਾਈ ਮਰਦਾਨਾ ਨੂੰ ਭੇਜਿਆ ਕਿ ਜਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਲਾ ਵਰਤਾਉਣੀ ਸੀ। ਕਰ ਕਰ ਕਰਨਾ, ਜੋ ਮਨੁੱਖ ਕਰਦਾ ਹੈ ਲਿਖ ਲਿਆ ਜਾਓ, ਉਹ ਵੀ ਉਹਦੇ ਲੇਖਾਂ ਵਿੱਚ ਲਿਖਿਆ ਜਾਣਾ। ਕੋਈ ਇਹ ਨਹੀਂ ਕਿ ਉੱਚੀ ਕੁਲ ਵਿੱਚ ਜੰਮਿਆ ਜਾਂ ਅਮੀਰ ਘਰਾਣੇ ਵਿੱਚ ਜੰਮਿਆ। ਅੱਜ ਦੇ ਸਮੇਂ ਵਿੱਚ ਵੀ ਦੇਖ ਲਓ ਕਿ ਕਈ ਅਮੀਰ ਘਰਾਣੇ ਵਿੱਚ ਜੰਮੇ ਹੋਏ ਅੰਤ ਜਿਹੜਾ ਵਾ ਉਹ ਗਰੀਬੀ ਕੱਟਦੇ ਨੇ। ਪਰ ਇੱਥੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਸੀ ਨਾ, ਉਹ ਇੱਕ ਵੱਖਰਾ ਸਿਧਾਂਤ ਹੈ ਕਿ ਕੇਵਲ ਮਨੁੱਖ ਦੇ ਕੁਲ ਉੱਚੀ ਜਾਂ ਉਹਦੇ ਕੋਲ ਧਨ ਦੌਲਤ ਹੈ ਤੇ ਉਹ ਅਮੀਰ ਹੈ, ਉਹ ਅਮੀਰ ਜਾਂ ਉਹ ਉੱਚੀ ਕੁਲ ਵਾਲਾ ਜਿਹੜਾ ਮਨੁੱਖ ਆ, ਉਹ ਉੱਚੀ ਕੁਲ ਦਾ ਨਹੀਂ ਬਣ ਸਕਦਾ, ਸ੍ਰੇਸ਼ਟ ਨਹੀਂ ਬਣ ਸਕਦਾ, ਅਮੀਰ ਨਹੀਂ ਬਣ ਸਕਦਾ, ਜਦੋਂ ਤੱਕ ਉਹਦੇ ਦਿਲ ਦੇ ਅੰਦਰ ਅਮੀਰੀ ਨਾ ਹੋਵੇ। ਕਈ ਵਾਰ ਅਸੀਂ ਆਮ ਹੀ ਪੜ੍ਹ ਲੈਂਦੇ ਹਾਂ ਕਿ ਭਾਈ ਫਲਾਣਾ ਮਨੁੱਖ ਬੜਾ ਅਮੀਰ ਹੈ, ਪਰ ਉਹਦਾ ਜਿਹੜਾ ਦਿਲ ਹੈ ਨਾ ਉਹ ਬਹੁਤ ਛੋਟਾ ਹੈ, ਦੇਣ ਲੱਗਿਆਂ ਨੂੰ ਹੱਥ ਘੁੱਟਦਾ। ਕਈਆਂ ਦੀ ਇਹ ਫਿਤਰਤ ਹੁੰਦੀ ਹੈ, ਧਨ ਬਹੁਤ ਹੈ, ਵਿਖਾਵਾ ਵੀ ਬਹੁਤ ਹੈ, ਪਰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਨਾ, ਜਦੋਂ ਕਿਸੇ ਨੂੰ ਵੰਡਣ ਦੀ ਵਾਰੀ ਆਉਂਦੀ ਹੈ, ਤੇ ਫਿਰ ਹੱਥ ਘੁੱਟਦਾ ਹੈ, ਇਹ ਸੋਚ ਕੇ ਕਿ ਲੈ ਭਈ ਇਹਨੂੰ ਕਾਹਦੀ ਜ਼ਰੂਰਤ ਹੈ, ਇਹਨਾਂ ਦੇ ਕਰਮ ਹੀ ਇਸ ਤਰ੍ਹਾਂ ਦੇ ਲਿਖੇ ਆ, ਜਾਂ ਇਹਨਾਂ ਕੋਲ ਬਹੁਤ ਧਨ ਹੋਏਗਾ। ਸਾਹਮਣੇ ਵਾਲੇ ਨੂੰ ਵੇਖ ਕੇ ਨਾ, ਮਤਲਬ ਆਪਣੇ ਆਪ ਦੇ ਵਿੱਚ ਅਹੰਕਾਰ ਲਿਆਉਂਦਾ, ਮਤ ਦੇ ਵਿੱਚ ਜਿਹੜੇ ਨੇ ਉਹ ਮਲੀਨਤਾ ਭਰੀ ਹੋਈ ਹੈ, ਇਸ ਕਰਕੇ ਫਿਰ ਉਹ ਮਨ ਦੇ ਵਿੱਚ ਇਹੀ ਕੁਝ ਸੋਚਦਾ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੈਸ਼ਨਵ ਸਾਧੂ ਦਾ ਜਿਹੜਾ ਮਨ ਪੜ੍ਹ ਲਿਆ, ਤੇ ਜਦੋਂ ਨਾ ਉਹ ਕਿਰਿਆ ਕਰਮ ਕਰਨ ਲੱਗਾ ਸੀ, ਆਪਣਾ ਉਹ ਪੋਚਾ ਲਾਉਂਦਾ ਆਪਣੇ ਚੌਂਕੇ ਦੇ ਵਿੱਚ, ਆਪਣਾ ਜਿਹੜਾ ਰਾਸ਼ਨ ਪਾਣੀ ਬਣਾਉਣ ਵਾਸਤੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਭੇਜਦੇ ਆ ਕਿ ਮਰਦਾਨਿਆਂ ਜਾ, ਅਸੀਂ ਵੀ ਅੱਗ ਬਾਲਣੀ, ਪ੍ਰਸ਼ਾਦਾ ਤਿਆਰ ਕਰਨਾ। ਤੇ ਉਸ ਸਾਧੂ ਦੇ ਕੋਲੋਂ ਜਿਹੜਾ ਵਾ ਉਹ ਚੰਗਿਆੜੀ ਲੈ ਕੇ ਆ, ਇੱਕ ਅੰਗਿਆਰੀ ਲੈ ਕੇ ਆ। ਪੁਰਾਣੇ ਸਮੇਂ ਵਿੱਚ ਮਾਈਆਂ ਜਿਹੜਾ ਵਾ ਉਹ ਕਿਸੇ ਆਂਢੀ ਗੁਆਂਢੀ ਦੇ ਘਰੋਂ ਅੱਗ ਬਾਲਣ ਵਾਸਤੇ ਨਾ ਡੱਬੀ ਨਾ ਹੋਣੀ ਤੇ ਚੰਗਿਆੜੀ ਲੈ ਆਉਣੀ, ਉਹ ਉਹਨੂੰ ਅੰਗਿਆਰੀ ਕਹਿੰਦੇ ਹੁੰਦੇ ਸੀ। ਗੋਹੇ ਦਾ ਛੋਟਾ ਜਿਹਾ ਟੁਕੜਾ ਉਹ ਭਖਦਾ ਹੋਣਾ ਤੇ ਉਹ ਚੁੰਮਟੇ ਦੇ ਨਾਲ ਚੱਕ ਕੇ ਤੇ ਲੈ ਆਉਣਾ, ਤੇ ਉਹ ਆਪਣੇ ਚੁੱਲ੍ਹੇ ਵਿੱਚ ਰੱਖਣਾ ਤੇ ਉਹ ਅੱਗ ਬਲ ਜਾਂਦੀ ਸੀ। ਭਾਈ ਮਰਦਾਨੇ ਨੂੰ ਭੇਜਿਆ, ਜਦੋਂ ਭਾਈ ਮਰਦਾਨੇ ਨੂੰ ਭੇਜਿਆ ਤੇ ਹੁਣ ਉਹ ਵੈਸ਼ਨਵ ਸਾਧੂ ਜਾਤ ਪਾਤ ਦੇ ਅਹੰਕਾਰ ਵਿੱਚ ਬੱਝਾ ਹੋਇਆ ਸੀ। ਭਾਈ ਮਰਦਾਨਾ ਜੀ ਪਹੁੰਚੇ ਨੇ, ਜਾ ਕੇ ਅੱਗ ਮੰਗੀ ਤੇ ਉਹਨਾਂ ਨੇ ਅੱਗੋਂ ਨਾ ਜਿਹੜਾ ਲੱਕੜ ਬਲਦੀ ਹੁੰਦੀ ਨਾ, ਉਹਦੇ ਵਿੱਚ ਥੋੜੀ ਜਿਹੀ ਅੱਗ ਲੱਗੀ ਹੁੰਦੀ ਆ, ਤੇ ਪਿੱਛੇ ਜਿਹੜਾ ਵਾ ਉਹਦਾ ਕਾਫੀ ਹਿੱਸਾ ਪਿਆ ਹੁੰਦਾ, ਉਹਨੂੰ ਚੋ ਕਹਿੰਦੇ ਆ। ਉਹ ਚੋ ਲੈ ਕੇ ਉਹ ਅੱਗ ਦੀ ਜਿਹੜੀ ਇੱਕ ਟਾਹਣੀ ਲੈ ਕੇ ਜਾਂ ਇੱਕ ਲੱਕੜ ਲੈ ਕੇ ਜਿਹਨੂੰ ਅੱਗ ਲੱਗੀ ਹੋਈ ਹੈ, ਉਹ ਲੈ ਕੇ ਮਗਰ ਚੜ ਜਾਂਦੇ ਨੇ ਕਿ ਐ ਸ਼ੂਦਰ ਤੂੰ ਮੇਰਾ ਚੌਂਕਾ ਪਿੱਟ ਦਿੱਤਾ। ਉਹ ਦੌੜਦਾ ਦੌੜਦਾ ਜਿਹੜਾ ਵਾ ਉਹ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਤੱਕ ਪਹੁੰਚ ਜਾਂਦਾ ਸਾਧੂ।
ਭਾਈ ਮਰਦਾਨਾ ਜੀ ਆਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਓਟ ਲੈ ਕੇ ਤੇ ਬੈਠ ਜਾਂਦੇ ਨੇ। ਜਾਣੀ ਜਾਣ ਨੇ ਸਭ ਕਲਾ ਵਰਤਾਉਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ। ਸੋ ਜਦੋਂ ਉਹ ਸਾਧੂ ਪਹੁੰਚਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਪੁੱਛਦੇ ਨੇ ਕਿ ਭਲਿਆ ਕੀ ਗੱਲ ਹੈ? ਕਹਿੰਦੇ ਕਿ ਇਹ ਇੱਕ ਨੀਵੀਂ ਜਾਤ ਦਾ ਸ਼ੂਦਰ ਹੈ, ਮੇਰੇ ਚੌਂਕੇ ਤੇ ਚੜ ਗਿਆ, ਮੇਰਾ ਚੌਂਕਾ ਪਿੱਟਿਆ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਉੱਥੇ ਬਚਨ ਕੀਤਾ ਕਿ ਸੱਜਣਾ ਵੇਖ, ਇਸ ਧਰਤੀ ਦੇ ਉੱਤੇ ਕਿਸੇ ਦੀ ਜਾਤ ਉੱਚੀ ਹੋਵੇ ਜਾਂ ਕੁੱਲ ਉੱਚੀ ਹੋਵੇ ਜਾਂ ਉਹ ਧਨਾੜ ਹੋਵੇ ਤੇ ਉਹ ਉੱਚੀ ਕੁੱਲ ਵਾਲਾ, ਜਾਂ ਉਹ ਅਮੀਰ ਨਹੀਂ, ਅਮੀਰੀ ਤੇ ਉਹਦੀ ਉੱਚੀ ਕੁੱਲ ਉਹਦੇ ਕਰਮਾਂ ਕਰਕੇ ਤੇ ਉਹਦੇ ਦਿਲ ਕਰਕੇ ਹੈ। ਇੱਥੇ ਇੱਕ ਸ਼ਬਦ ਵੀ ਸਿੱਖ ਇਤਿਹਾਸ ਨੇ ਜ਼ਿਕਰ ਕੀਤਾ, ਉਚਾਰਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਜਦੋਂ ਮੱਤ ਜਿਹੜੀ ਆ ਨਾ ਉਹ ਭੈੜੀ ਮੱਤ ਹੋ ਜਾਵੇ, ਕੁਬੁੱਧ, ਡੂਮਣੀ, ਡੂਮਣੀ ਕਹਿੰਦੇ ਨੇ ਮਿਰਾਸਣ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਭੈੜੀ ਮੱਤ ਮਨੁੱਖ ਦੇ ਅੰਦਰ ਦੀ ਮਿਰਾਸਣ ਹੈ, ਕੁਦਇਆ ਕਸਾਇਣ, ਕੁਦਇਆ ਬੇਤਰਸੀ, ਜਦੋਂ ਬੇਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂੜੀ ਹੈ ਤੇ ਕ੍ਰੋਧ ਚਨਾਲਣੀ ਹੈ। ਭਾਵ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਦੇ ਅੰਦਰ ਇਹ ਜਿਹੜੇ ਵਿਕਾਰ ਨੇ ਨਾ, ਇਹ ਜਦੋਂ ਪ੍ਰਬਲ ਨੇ, ਪਰ ਨਿੰਦਾ, ਘਟ ਚੂਹੜੀ, ਮੁੱਠੀ, ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ, ਕਹਿੰਦੇ ਤੇਰੇ ਚੌਂਕੇ ਨੂੰ ਸਾਫ਼ ਕਰਨ ਦਾ ਕੀ ਲਾਭ, ਜਿਹੜੀਆਂ ਤੇਰੇ ਅੰਦਰ ਇਹ ਵਿਕਾਰਾਂ ਰੂਪੀ ਜਿਹੜੀਆਂ ਨੇ ਚੰਡਾਲਾਂ ਬੈਠੀਆਂ ਨੇ, ਚਾਰੇ ਬੈਠੀਆਂ ਨੇ ਤੇਰੇ ਮਨ ਦੇ ਅੰਦਰ, ਤੈਨੂੰ ਇਹ ਠੱਗ ਰਹੀਆਂ ਨੇ, ਉਹਦਾ ਲਾਭ ਕੀ ਹੈ? ਉਹਦਾ ਕੀ ਫਾਇਦਾ ਫਿਰ ਤੇਰੇ ਚੌਂਕਾ ਸਾਫ਼ ਕਰਨ ਦਾ? ਮਨ ਤੇ ਤੂੰ ਧੋਤਾ ਨਹੀਂ, ਸਰੀਰ ਧੋ ਲਿਆ, ਕੱਪੜੇ ਸੋਹਣੇ ਪਾ ਲਏ, ਪਰ ਆਪਣੇ ਮਨ ਦੇ ਅੰਦਰ ਜਿਹੜਾ ਵਾ ਉਹ ਮਲਾਇਣ ਮੱਤ ਜਿਹੜੀ ਆ ਉਹ ਪਾਪਾਂ ਦੀ ਭਰੀ ਹੈ ਮੱਤ, ਪਾਪਾਂ ਕੇ ਸੰਗ, ਜਿਹੜੀ ਮੱਤ ਜਿਹੜੀ ਹੈ ਉਹ ਪਾਪਾਂ ਦੇ ਨਾਲ ਭਰੀ ਹੋਈ ਹੈ। ਤੇਰੀ ਮੱਤ ਦੇ ਅੰਦਰ ਜਿਹੜੀ ਆ ਉਹ ਇੰਨੀ ਜ਼ਿਆਦਾ ਗੰਦਗੀ ਭਰੀ ਹੋਈ ਹੈ ਕਿ ਉਹਨੂੰ ਧੋਇਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਤੂੰ ਧੋਂਦਾ ਪਿਆ ਹੈ। ਤੂੰ ਕੇਵਲ ਬਾਹਰਲਾ ਪਹਿਰਾਵਾ ਜਿਹੜਾ ਇਖਤਿਆਰ ਕੀਤਾ, ਕੀ ਲਾਭ ਹੈ ਤੇਰਾ? ਕਿਉਂਕਿ ਜੇ ਤੇਰੇ ਅੰਦਰ ਇਹ ਪਾਪ ਹੈ, ਤੂੰ ਲੋਕਾਂ ਨੂੰ ਉਹਦੀ ਜਾਤ ਪਾਤ ਦੇ ਰੂਪ ਵਿੱਚ ਵਹਿੰਦਾ ਹੈ, ਤੇ ਫਿਰ ਤੇਰਾ ਜਿਹੜਾ ਲੇਖਾ ਹੈ, ਜਿਹੜਾ ਤੇਰੀ ਕਰਨੀ ਹੈ, ਉਹ ਕਿਸੇ ਲਾਭ ਨਹੀਂ, ਕਿਸੇ ਅਰਥ ਨਹੀਂ। ਇੱਥੇ ਤੇ ਲੇਖੇ ਤੋਂ ਪਛਾਣਿਆ ਜਾਂਦਾ। ਫਿਰ ਮੈਂ ਬੇਨਤੀ ਕਰਾਂ ਕਿ ਜਦੋਂ ਮਨੁੱਖ ਸਾਡੇ ਸਾਹਮਣੇ ਅਮੀਰ ਮਨੁੱਖ ਆਵੇ ਤੇ ਉਹ ਧਨ ਘੁੱਟ ਕੇ ਵਰਤੇ ਨਾ, ਹੱਥ ਘੁੱਟ ਕੇ ਧਨ ਜਿਹੜਾ ਵਾ ਉਹ ਵਰਤੇ। ਅਸੀਂ ਕਹਿੰਦੇ ਆ ਇਹਦੇ ਕੋਲ ਧਨ ਤੇ ਬਹੁਤ ਹੈ, ਧਨ ਦਾ ਅਮੀਰ ਤੇ ਬਹੁਤ ਹੈ, ਪਰ ਇਹ ਦਿਲ ਦਾ ਬੜਾ ਗਰੀਬ ਹੈ, ਇਹਦਾ ਦਿਲ ਬੜਾ ਛੋਟਾ ਹੈ, ਇਹ ਦੇਣ ਲੱਗਿਆ ਜਿਹੜਾ ਵਾ ਬੜਾ ਕੰਜੂਸੀ ਕਰਦਾ। ਕਈ ਐਸੇ ਪਰਿਵਾਰ, ਐਸੇ ਲੋਕ ਵੇਖੇ ਜਾਂਦੇ ਜਿਨ੍ਹਾਂ ਕੋਲ ਧਨ ਬਹੁਤ ਆ, ਪਰ ਜਦੋਂ ਉਹਨੂੰ ਵਰਤਣ ਦੀ ਲੋੜ ਪੈਂਦੀ ਹੈ ਤੇ ਬੜਾ, ਆਪਣੇ ਘਰ ਵਿੱਚ ਵੀ, ਜ਼ਰੂਰੀ ਨਹੀਂ ਕਿ ਬਾਹਰ ਹੀ ਕਿਸੇ ਨੂੰ ਦੇਣਾ, ਆਪਣੇ ਘਰ ਵਿੱਚ ਵੀ ਵਰਤਣ ਲੱਗਿਆ ਬੜੀ ਕੰਜੂਸੀ ਕਰਦੇ ਨੇ, ਧਨ ਸਾਂਭ ਕੇ ਰੱਖਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਵੈਸ਼ਨਵ ਦੇ ਸਾਧੂ ਦੇ ਰਾਹੀਂ ਉਪਦੇਸ਼ ਕਰਦੇ ਨੇ ਕਿ ਭਾਈ ਜਿਹੜੀ ਮਨ ਹੈ, ਮੱਤ ਹੈ ਨਾ, ਜਿਹੜਾ ਮਨ ਹੈ, ਮੱਤ ਹੈ ਜਿਹੜੀ ਤੁਹਾਡੀ, ਇਹ ਤੁਹਾਡੇ ਜੀਵਨ ਨੂੰ ਉੱਚਾ ਤੇ ਨੀਵਾਂ ਬਣਾਉਂਦੀ ਹੈ, ਨਾ ਕਿ ਤੁਹਾਡਾ ਪਹਿਰਾਵਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੈਸ਼ਨਵ ਸਾਧੂ ਨੂੰ ਨਕਲੀ ਪਹਿਰਾਵਾ ਛੱਡ ਕੇ ਤੇ ਅਸਲੀ ਪਹਿਰਾਵਾ ਪਾ ਕੇ ਜਿਹੜਾ ਵਾ ਉਹ ਲੋਕਾਂ ਦੇ ਵਿੱਚ ਪ੍ਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼ ਦੇਣ ਦੀ ਗੱਲ ਕਹੀ, ਤੇ ਆਖਿਆ ਕਿ ਭਾਈ ਇੱਥੇ ਤੇ ਜੋ ਤੂੰ ਬੀਜਿਆ ਹੈ ਨਾ ਉਹੀ ਵੱਢੇਗਾ। ਜੋ ਤੂੰ ਆਪਣੇ ਲਈ ਬੀਜ ਰਿਹਾ ਹੈ, ਜੇ ਮਾੜਾ ਬੀਜ ਰਿਹਾ ਹੈ ਤੇ ਮਾੜਾ ਹੀ ਉਗੇਗਾ, ਜੇ ਚੰਗਾ ਬੀਜ ਰਿਹਾ ਹੈ ਤੇ ਚੰਗਾ ਹੀ ਉਗੇਗਾ। ਇਸ ਲਈ ਜਿਹੜਾ ਵਾ ਉਹ ਆਪਣੇ ਜੀਵਨ ਨੂੰ ਸੁਧਾਰ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਇਸ ਜਿਹੜੀ ਪੌੜੀ ਆਈ ਹੈ ਉਹਦੇ ਵਿੱਚ ਇਹੀ ਗੱਲ ਸਮਝਾਈ ਹੈ ਕਿ ਇਹ ਮਨੁੱਖ, ਪਰਮਾਤਮਾ ਦਾ ਹੁਕਮ ਹੈ ਕਿ ਹੁਕਮੀ ਆਵੋ ਜਾਹੋ, ਹੁਕਮ ਦੀ ਗੱਲ ਆ ਗਈ ਨਾ,
कि ਜਿਹੜਾ ਮਨੁੱਖ ਉਹਦੇ ਹੁਕਮ ਵਿੱਚ ਹੈ ਉਹ ਇਹ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਹੈ, ਉਹ ਆਪ ਹੀ ਬੀਜਦਾ ਹੈ ਤੇ ਆਪ ਹੀ ਉਹਨੂੰ ਵੱਢ ਕੇ ਖਾਣਾ ਪੈਂਦਾ ਹੈ। ਜੋ ਉਹ ਜ਼ਿੰਦਗੀ ਦੇ ਵਿੱਚ ਕਰਦਾ ਹੈ ਉਹ ਹੀ ਉਹਦੇ ਲੇਖਾਂ ਵਿੱਚ ਲਿਖਿਆ ਜਾਂਦਾ ਹੈ। ਕਿਸੇ ਦੇ ਕਹਿਣ ਦੇ ਨਾਲ ਮਨੁੱਖ ਕੋਈ ਆਖੇ ਕਿ ਫਲਾਣਾ ਬੜਾ ਪੁੰਨੀ ਹੈ, ਬੜਾ ਪੁੰਨ ਕਮਾਉਂਦਾ, ਉਹ ਪੁੰਨੀ ਨਹੀਂ ਬਣ ਸਕਦਾ। ਤੇ ਜੇ ਕੋਈ ਆਖੇ ਕਿ ਫਲਾਣਾ ਮਨੁੱਖ ਬੜਾ ਪਾਪੀ ਹੈ ਭਾਈ, ਇਹ ਹੋਏ ਉਹ ਪਰਮਾਤਮਾ ਦਾ ਭਗਤ ਬੰਦਗੀ ਕਰਨ ਵਾਲਾ। ਸਾਡੀ ਜ਼ੁਬਾਨ ਤੇ ਐਸੇ ਕਈ ਸ਼ਬਦ ਆਉਂਦੇ ਨੇ ਕਈ ਵਾਰ, ਪਰ ਉਹਦਾ ਜੀਵਨ ਨਹੀਂ ਅਸੀਂ ਤੱਕਦੇ। ਤੇ ਉਹ ਫਿਰ ਕੀ ਹੁੰਦਾ ਕਿ ਅਸੀਂ ਜੋ ਆਪਣੀ ਜ਼ਿੰਦਗੀ ਵਿੱਚ ਲਿਖ ਰਹੇ ਹਾਂ, ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਨਾ ਕਿ ਆਪਣਾ ਜੀਵਨ ਜਿਹੜਾ ਵਾ ਉਹ ਪ੍ਰਮਾਤਮਾ ਦੀ ਬੰਦਗੀ ਵਿੱਚ ਲਾ, ਪ੍ਰਮਾਤਮਾ ਦੀ ਬੰਦਗੀ ਕਰ, ਪ੍ਰਮਾਤਮਾ ਦਾ ਨਾਮ ਜਪ, ਜਪ ਮਨ ਸਤਨਾਮ ਸਦਾ ਸਤਨਾਮ, ਸਦਾ ਸਤਨਾਮ ਦਾ ਜਪ ਕਰ। ਇਹ ਵਿਅਰਥ ਗੱਲਾਂ ਵੱਲ ਨਾ ਵੇਖ ਕਿ ਕਿਹੜਾ ਪੁੰਨੀ ਹੈ ਕਿਹੜਾ ਪਾਪੀ ਹੈ। ਇੱਥੇ ਤੇ ਕਰ ਕਰ ਕਰਨਾ, ਜੋ ਕਰ ਰਿਹਾ ਉਹਨੇ ਆਪਣਾ ਆਪਣੇ ਲਿਖ ਲੈ ਜਾਓ, ਆਪਣੇ ਲੇਖਾਂ ਵਿੱਚ ਲਿਖਾਈ ਜਾ ਰਿਹਾ। ਤੁਹਾਡੇ ਕਹਿਣ ਦੇ ਨਾਲ ਉਹ ਪੁੰਨੀ ਜਾਂ ਉਹ ਪਾਪੀ ਨਹੀਂ ਬਣ ਜਾਣਾ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਸਦਾ ਉਹਦਾ ਨਾਮ ਜਪ, ਉਹਦੀ ਇਬਾਦਤ ਕਰ ਤੇ ਉਹਦੀ ਇਬਾਦਤ ਕਰਦਿਆਂ ਆਪਣੀ ਜਿਹੜੀ ਆ ਉਹ ਜ਼ਿੰਦਗੀ ਬਤੀਤ ਕਰ। ਇਸ ਸੰਸਾਰ ਦੇ ਵਿੱਚ ਤੇਰਾ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਹੋਈਆਂ ਭੁੱਲਾਂ ਦੀ ਖਿਮਾ। ਜੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੋਵੇ ਅੱਜ ਦੀਆਂ ਇਹਨਾਂ ਪੌੜੀਆਂ ਦੇ ਪ੍ਰਤੀ ਜਿਹੜੀਆਂ ਅੱਜ ਭਾਈ ਲਖਬੀਰ ਸਿੰਘ ਜੀ ਹੋਣਾ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਸੰਥਿਆ ਕਰਵਾਈ ਹੈ, ਤੋ ਉਹ ਆਪਣਾ ਮਾਈਕ ਜਿਹੜਾ ਵਾ ਅਨਮਿਊਟ ਕਰਕੇ ਆਪਣੇ ਮਾਈਕ ਨੂੰ ਚਲਾ ਕੇ ਤੇ ਉਹ ਸਵਾਲ ਕਰ ਸਕਦਾ ਹੈ। ਤੋ ਹਾਂਜੀ, ਵਾਹਿਗੁਰੂ ਜੀ। ਮੇਰੇ ਖਿਆਲ ਕਿਸੇ ਦਾ ਸਵਾਲ ਨਹੀਂ, ਕਿਸੇ ਦੀ ਆਵਾਜ਼ ਨਹੀਂ ਆਈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰੂ ਸਾਹਿਬ ਕਿਰਪਾ ਕਰਨ। ਇਸੇ ਤਰ੍ਹਾਂ ਕੱਲ ਫਿਰ ਅਸੀਂ ਸ਼ਾਮਾਂ ਨੂੰ ਕਲਾਸ ਵਿੱਚ ਜੁੜਾਂਗੇ। ਬੇਨਤੀ ਹੈ ਕਿ ਸਵੇਰੇ 11:30 ਵਜੇ ਵੀ ਇੱਕ ਕਲਾਸ ਹੁੰਦੀ ਹੈ ਸਿੱਖ ਰਹਿਤ ਮਰਜ਼ਾਦਾ ਦੀ, ਉਹਦੇ ਵਿੱਚ ਵੀ ਅਸੀਂ ਸਿੱਖ ਰਹਿਤ ਮਰਜ਼ਾਦਾ ਦੇ ਅਨੁਸਾਰ ਜਿਹੜਾ ਵਾ ਆਪਣਾ ਜੀਵਨ ਬਤੀਤ ਕਰਨਾ ਹੈ। ਤੋ ਜੇ ਸਮਾਂ ਹੋਵੇ ਆਪ ਜੀ ਦੇ ਕੋਲੋਂ ਜ਼ਰੂਰ ਸਮਾਂ ਕੱਢਿਆ ਕਰੋ। 11:30 ਤੋਂ 12:30 ਵਜੇ ਤੱਕ ਜਿਹੜਾ ਵਾ ਉਹ ਸਿੱਖ ਰਹਿਤ ਮਰਜ਼ਾਦਾ ਤੇ ਵਿਚਾਰ ਕੀਤੀ ਜਾਂਦੀ ਹੈ। ਬੜੇ ਵਧੀਆ ਸਵਾਲ ਆਉਂਦੇ ਨੇ, ਕਈ ਵੀਰ ਜੁੜਦੇ ਨੇ ਜਿਹੜੇ ਸਵਾਲ ਕਰਦੇ ਨੇ ਤੇ ਬੜਾ ਆਨੰਦ ਆਉਂਦਾ ਹੈ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਦੇ ਹਾਂ। ਇਹੋ ਕੁਝ ਹੀ ਸਾਡੀ ਜ਼ਿੰਦਗੀ ਦੇ ਵਿੱਚ ਹੈ ਸਿੱਖਣ ਵਾਸਤੇ। ਜਿਹੜਾ ਸਮਾਂ ਮਿਲਿਆ ਵਾ ਬੜਾ ਵਧੀਆ ਉਪਰਾਲਾ ਕੀਤਾ ਹੈ ਤੇ ਬੜੌਦੇ ਦੀ ਸਮੁੱਚੀ ਸੰਗਤ ਨੇ, ਖਾਸ ਕਰਕੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਵੈਲਫੇਅਰ ਟਰਸਟ ਬਣਿਆ ਵਾ, ਉਹਨਾਂ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਵਾ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਜੀ, ਸਰਦਾਰ ਅਮਰੀਕ ਸਿੰਘ ਜੀ, ਹੋਰ ਵੀਰ ਬੜੇ ਜੁੜੇ ਨੇ, ਭਾਈ ਸਾਹਿਬ ਸਿੰਘ ਜੀ। ਮੈਂ ਜ਼ਿਆਦਾ ਨਾਮ ਨਾ ਲਵਾਂ, ਸਾਰੇ ਵੀਰ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਜੁੜ ਕੇ ਜਿਹੜਾ ਵਾ ਉਹ ਇਹ ਉਪਰਾਲਾ ਕੀਤਾ ਹੈ ਤੇ ਤੁਹਾਡੇ ਵਾਸਤੇ ਉਪਰਾਲਾ ਕੀਤਾ ਹੈ। ਤੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਅਸੀਂ ਜੇ ਆਪ ਨਹੀਂ ਜੁੜ ਸਕਦੇ, ਹੋਰ ਕੋਈ ਸੱਜਣ ਮਿੱਤਰ ਸਾਡੇ ਆਸੇ ਪਾਸੇ ਕੋਈ ਰਿਸ਼ਤੇਦਾਰ ਬੜੌਦੇ ਦੇ ਹੋਣ, ਪੂਰੇ ਗੁਜਰਾਤ ਦੇ ਵਿੱਚੋਂ, ਪੂਰੇ ਇੰਡੀਆ ਦੇ ਵਿੱਚੋਂ, ਇੱਥੋਂ ਤੱਕ ਕਿ ਪੂਰੇ ਵਿਸ਼ਵ ਦੇ ਵਿੱਚੋਂ ਕਿਤੋਂ ਵੀ ਇਸ ਗਰੁੱਪ ਦੇ ਨਾਲ ਜੁੜ ਸਕਦੇ ਨੇ, ਉਹਨਾਂ ਨੂੰ ਇਸ ਗਰੁੱਪ ਦਾ ਜਿਹੜਾ ਵਾ ਉਹਦੇ ਵਿੱਚ ਐਡ ਕਰਵਾ ਕੇ ਤੇ ਉਹਨਾਂ ਨੂੰ ਜੋੜ ਸਕਦੇ ਜੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।